ਸਿਮਰੋ ਅੰਗਦ ਦੋਖ ਨਿਕੰਦਨਾ। ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾ, ਸ੍ਰੀ ਅਰਜਨ ਵਿਘਨਨ ਕੇ ਨਾਸ਼ਕ, ਵਿਘਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸ਼ਾਲਾ। ਧਰੋਂ ਧਰਾ ਧਰ ਪੁਨ ਪੁਨ ਸੀਸ ਜੀ, ਪੁਨ ਪੁਨ ਸੀਸ। ਬੰਦੋਂ ਬਾਰ ਬਾਰ ਜਗਦੀਸ਼। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਸ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਹਮ ਸੋ ਕਾਜ ਸਹੋ ਕੋ ਕਹਾਂ, ਰਾਜ ਨਾ ਵਿਸੇਦਾਰ ਨਾ ਲਹਾਂ। ਦਰਵੇਸਨ ਕੀ ਰੀਤ ਹਮਾਰੀ, ਜਾਂ ਤੇ ਹਮ ਸੰਕਾ ਨਹਿ ਧਾਰੀ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਜ਼ਾਹਰਾ ਜ਼ਹੂਰ ਹਾਜ਼ਰ ਹਜ਼ੂਰ। ਸਰਬ ਕਲਾ ਭਰਪੂਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰੂ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਇਕੱਤਰ ਹੋਏ ਗੁਰੂ ਸਵਾਰੇ, ਗੁਰੂ ਪਿਆਰੇ ਸਤਸੰਗੀ ਜਨੋ, ਆਓ ਮਹਾਰਾਜ ਜੀ ਕੀ ਅਪਾਰ ਬਖਸ਼ਿਸ਼ ਨਾਲ ਆਪਾਂ ਸੰਧਿਆ ਵੇਲੇ ਦੇ ਪਾਵਨ ਪਵਿੱਤਰ ਦੀਵਾਨਾਂ ਦੀ ਪ੍ਰਾਰੰਭਤਾ ਕਰੀਏ। ਗੁਰੂ ਇਤਿਹਾਸ ਕੀ ਜੋ ਲੜੀਵਾਰ ਕਥਾ ਵਿਚਾਰ ਸਤਿਗੁਰਾਂ ਦੇ ਇਹਨਾਂ ਪਵਿੱਤਰ ਸਥਾਨਾਂ ਤੇ ਆਪ ਸੰਗਤ ਰੋਜ਼ਾਨਾ ਭਾਵਨਾ ਅਦਬ ਪਿਆਰ ਸਹਿਤ ਸਰਵਣ ਕਰਦੇ ਹੋ। ਚਲਦੀ ਆ ਰਹੀ ਲੜੀ ਤਾਂ ਥੋੜ੍ਹਾ ਜਿਹਾ ਸਮਾਂ ਮਹਾਰਾਜ ਜੀ ਕੇ ਜੀਵਨ ਬਿਰਤਾਂਤਾਂ ਨਾਲ ਜੁੜਨ ਦਾ ਯਤਨ ਕਰਦੇ ਹਾਂ। ਪ੍ਰਥਮ ਮਹਾਰਾਜ ਤੋਂ ਆਗਿਆ ਲਈਏ, ਗੁਰੂ ਫਤਿਹ ਨਾਲ ਸਾਂਝ ਪਾਈਏ। ਫਤਿਹ ਪ੍ਰਵਾਨਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਦਿਆਂ ਦੀਵਾਨਾਂ ਅੰਦਰ ਜਿੱਥੇ ਸੰਪੰਨਤਾ ਹੋਈ, ਜੋ ਗੁਰੂ ਇਤਿਹਾਸ ਆਪ ਸੰਗਤ ਸਰਵਣ ਕਰ ਰਹੇ ਸੀ, ਜਿਸ ਵਕਤ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ ਗ੍ਰਿਫਤਾਰੀ ਹੋਈ, ਕਿਲ੍ਹੇਦਾਰ ਨੇ ਆਗਰੇ ਕਿਲ੍ਹੇ ਦੇ ਅੰਦਰ ਮਹਾਰਾਜ ਜੀ ਨੂੰ ਕੈਦ ਰੱਖਿਆ। ਉਪਰੰਤ ਸਮੇਂ ਦੇ ਹੁਕਮਰਾਨ ਬਾਦਸ਼ਾਹ ਔਰੰਗਜ਼ੇਬ ਨੂੰ ਖਬਰ ਭੇਜੀ। ਬੜੇ ਹੀ ਖੁਸ਼ ਹੋ ਕਰਕੇ ਬਾਦਸ਼ਾਹ ਔਰੰਗਜ਼ੇਬ ਨੇ ਆਪਣੇ ਪਾਸ ਤੋਂ ਫੌਜਦਾਰ ਤੇ ਬਹੁਤ ਭਾਰੀ ਫੌਜ ਮਹਾਰਾਜ ਜੀਆਂ ਨੂੰ ਗ੍ਰਿਫਤਾਰ ਕਰ ਦਿੱਲੀ ਲਿਆਉਣ ਦੇ ਲਈ ਭੇਜੀ। ਜਿਸ ਵਕਤ ਉਹ ਮਹਾਰਾਜ ਜੀ ਕੇ ਪਾਸ ਆ ਕਰਕੇ ਬੈਠੇ, ਕੁਝ ਵਿਚਾਰਾਂ ਚੱਲੀਆਂ। ਜਿਹੜੇ ਫੌਜਦਾਰ ਤੇ ਹੋਰ ਆਗੂ ਮੌਲਾਣੇ ਮਹਾਰਾਜ ਜੀਆਂ ਨੂੰ ਇਸ ਸਥਾਨ ਤੋਂ ਦਿੱਲੀ ਲੈ ਜਾਣ ਲਈ ਆਏ ਹਨ, ਪ੍ਰਥਮ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਵਿਚਾਰ ਕਰਦੇ ਹਨ ਕਿ ਸਾਡਾ ਬਾਦਸ਼ਾਹ ਬੜਾ ਨੇਕ ਦਿਲ ਹੈ, ਆਪਣੇ ਧਰਮ ਦੇ ਪ੍ਰਸਾਰ ਹਿੱਤ ਵੱਡੇ ਉਦਮ ਕਰ ਰਿਹਾ ਹੈ।
ਤੁਸੀਂ ਵੀ ਉਹਨਾਂ ਦੀ ਰਹਿਨੁਮਾਈ ਦੇ ਅੰਦਰ ਇਸ ਧਰਮ ਨੂੰ ਧਾਰਨ ਕਰ ਲਓ ਤੇ ਤੁਹਾਡੇ ਉੱਪਰ ਵੀ ਬਹੁਤ ਦਿਆਲ ਹੋਵੇਗਾ, ਪ੍ਰਸੰਨ ਹੋਵੇਗਾ ਤੇ ਤੁਹਾਡੇ ਧਰਮ ਧਾਰਨ ਕਰਨ ਦੇ ਨਾਲ ਬਾਕੀ ਦਾ ਜਿਹੜਾ ਹਿੰਦੂ ਸਮਾਜ ਹੈ ਉਹ ਵੀ ਇਸ ਧਰਮ ਅੰਦਰ ਆਪਣੇ ਆਪ ਨੂੰ ਤਬਦੀਲ ਕਰ ਲਵੇਗਾ। ਸੋ ਇਸ ਵਿਧ ਮਹਾਰਾਜ ਜੀਆਂ ਨੇ ਸਭ ਬਾਤਾਂ ਸੁਣੀਆਂ। ਫਿਰ ਆਪਣੇ ਮੁਖ ਤੋਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਜਵਾਬ ਦੇ ਰਹੇ ਸਨ, ਉਹ ਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਹੋਰਾਂ ਨੇ ਅੰਕਿਤ ਕੀਤਾ। ਮਹਾਰਾਜ ਨੇ ਕਿਹਾ ਵੀ ਤੁਹਾਡਾ ਮਾਲਕ ਹੋ ਸਕਦਾ ਔਰੰਗਜ਼ੇਬ ਹੈ, ਲੇਕਿਨ ਸਾਡਾ ਮਾਲਕ ਇੱਕ ਖੁਦਾ ਹੈ, ਇੱਕ ਖੁਦਾਏ ਹੈ ਸਕਲ ਜਹਾਨ, ਸਿਰਜੈ ਭੁਖੈ ਹਿਰੈ ਨਿਦਾਨ। ਸਾਡਾ ਮਾਲਕ, ਸਾਡਾ ਸਾਈਂ ਤੇ ਇੱਕ ਖੁਦਾ ਹੈ ਜਿਹੜਾ ਸਾਰਿਆਂ ਨੂੰ ਸਿਰਜਦਾ ਹੈ, ਸੰਭਾਲਦਾ ਹੈ, ਸਾਰਿਆਂ ਦੇ ਉੱਪਰ ਇੱਕੋ ਜਿਹੀ ਮਿਹਰਮਤ ਕਰਦਾ ਹੈ। ਅੱਗੇ ਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ, ਹਮ ਸੋ ਕਾਜ ਸ਼ਾਹੋ ਕੋ ਕਹਾਂ, ਨਾ ਤੇ ਸਾਨੂੰ ਉਹਦੇ ਤਾਈਂ ਕੋਈ ਕੰਮ ਹੈ ਤੇ ਨਾ ਹੀ ਸਾਨੂੰ ਉਹਦੀ ਕੋਈ ਮੁਹਤਾਜੀ ਹੈ। ਰਾਜ ਨੇ ਵਿਸ਼ੇਦਾਰ ਨਾ ਲਾਹਾਂ, ਨਾ ਸਾਨੂੰ ਕੋਈ ਰਾਜ ਦੀ ਚਾਹ ਹੈ, ਨਾ ਹੀ ਸਾਨੂੰ ਕੋਈ ਵੱਡੇ ਇਨਾਮ ਦੀ ਇੱਛਾ ਹੈ, ਨਾ ਹੀ ਸਾਨੂੰ ਕੋਈ ਅਗਵਾਈ ਦੀ ਇੱਛਾ ਹੈ। ਦਰਵੇਸ਼ਨ ਕੀ ਰੀਤ ਹਮਾਰੀ, ਸਾਡਾ ਤਾਂ ਜਿਹੜਾ ਜੀਵਨ ਹੈ ਫਕੀਰਾਂ ਵੱਤ ਦਰਵੇਸ਼ਾਂ ਵਾਲਾ ਹੈ। ਜਾਂ ਤੇ ਹਮਨੇ ਸ਼ੰਕਾ ਤਾਰੀ, ਇਸ ਕਰਕੇ ਅਸੀਂ ਤੇ ਇਦਾਂ ਹੀ ਸੰਸਾਰ ਵਿੱਚ ਸਹਿ ਸੁਭਾਏ ਵਿਚਰ ਰਹੇ ਹਾਂ ਜੀ। ਪੁੰਨ ਉਪਰਾਓ ਕਹਿਤ ਹਮ ਆਏ, ਪੁੰਨ ਉਮਰਾਵ, ਫਿਰ ਉਹ ਜਿਹੜੇ ਆਏ ਹੋਏ ਸਨ, ਜਿਹੜੇ ਬਾਦਸ਼ਾਹ ਔਰੰਗਜ਼ੇਬ ਨੇ ਆਪਣੇ ਐਲਕਾਰ ਭੇਜੇ ਸਨ, ਉਹ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਇਉਂ ਕਹਿੰਦੇ ਹਨ ਵੀ ਅਸੀਂ ਵੀ ਬਾਦਸ਼ਾਹ ਦੇ ਹੁਕਮ ਨਾਲ ਤੁਹਾਡੇ ਤਾਈਂ ਆਏ ਹਾਂ ਜੀ। ਚਲੋ ਸਮੀਪੀ ਸਾਹੋ ਬੁਲਾਏ, ਤੇ ਉਹ ਮੰਤਰੀ ਫੌਜਦਾਰ ਕਹਿਣ ਲੱਗੇ ਵੀ ਅਸੀਂ ਬਾਦਸ਼ਾਹ ਦੇ ਹੁਕਮ ਨਾਲ ਤੁਹਾਨੂੰ ਇੱਥੋਂ ਦਿੱਲੀ ਲੈ ਜਾਣ ਦੇ ਲਈ ਆਏ ਹਾਂ, ਤੇ ਨਿਮਰਤਾ ਸਹਿਤ ਇੱਥੇ ਆਪ ਜੀ ਕੇ ਚਰਨਾਂ 'ਚ ਬੇਨਤੀ ਕਰਦੇ ਹਾਂ ਕਿ ਸਾਡੇ ਨਾਲ ਆਪ ਦਿੱਲੀ ਚੱਲੋ, ਕਿਉਂਕਿ ਬਾਦਸ਼ਾਹ ਔਰੰਗਜ਼ੇਬ ਤੁਹਾਨੂੰ ਉੱਥੇ ਬੁਲਾ ਰਿਹਾ ਹੈ ਜੀ। ਕਹਿਨ ਹੋਏ ਜੋ ਕੁਛ ਤੈਂ ਕਹੋ, ਹੁਣ ਜੇਕਰ ਤੁਸੀਂ ਸਾਡੀ ਬਾਤ ਨਹੀਂ ਮੰਨਦੇ ਤੇ ਇਸ ਤੋਂ ਅੱਗੇ ਫਿਰ ਸਾਨੂੰ ਤੁਹਾਨੂੰ ਦਿੱਲੀ ਲੈ ਜਾਣਾ ਹੀ ਪਵੇਗਾ, ਤੇ ਜੇਕਰ ਹੋਰ ਕੁਝ ਤੁਸੀਂ ਕਹਿਣਾ ਚਾਹੁੰਦੇ ਹੋ ਤੇ ਉਹ ਫਿਰ ਤੁਸੀਂ ਉਸ ਸਥਾਨ ਤੇ ਭਾਵ ਬਾਦਸ਼ਾਹ ਔਰੰਗਜ਼ੇਬ ਦੇ ਸਨਮੁਖ ਜਾ ਕਰਕੇ ਹੀ ਕਹਿ ਸਕਦੇ ਹੋ ਜੀ। ਅਨਸਾਰੀ ਹੋਏ ਸਭ ਸੁਖ ਲਹੋ, ਹਾਂ, ਅਸੀਂ ਤੇ ਇਤਨਾ ਕਹਿ ਸਕਦੇ ਹਾਂ ਵੀ ਜੇਕਰ ਗੁਰੂ ਤੇਗ ਬਹਾਦਰ ਮਹਾਰਾਜ ਤੁਸੀਂ ਬਾਦਸ਼ਾਹ ਔਰੰਗਜ਼ੇਬ ਦੇ ਨਾਲ ਰਲ ਜਾਂਦੇ ਹੋ, ਅਨਸਾਰੀ ਤੋਂ ਭਾਵ ਹੈ ਵੀ ਉਹਨਾਂ ਦੇ ਕਹਿਣ ਅਨੁਸਾਰ ਰਹਿਣਾ ਸ਼ੁਰੂ ਕਰ ਦਿੰਦੇ ਹੋ, ਬਾਦਸ਼ਾਹ ਦੀ ਬਾਤ ਮੰਨ ਲੈਂਦੇ ਹੋ ਤੇ ਆਪਣਾ ਧਰਮ ਤਬਦੀਲ ਕਰ ਲੈਂਦੇ ਹੋ, ਫਿਰ ਅਸੀਂ ਕਹਿ ਸਕਦੇ ਹਾਂ ਵੀ ਨਿਸ਼ਚੈ ਹੀ ਤੁਸੀਂ ਔਰੰਗਜ਼ੇਬ ਦੇ ਰਾਜ ਅੰਦਰ ਸੁਖੀ ਰਹਿ ਸਕਦੇ ਹੋ ਜੀ। ਹਿਮ ਕਹਿ ਜਾ ਮਨ ਸੁਪਤ ਬਿਤਾਈ, ਇਸ ਵਿਧ ਆਏ ਹੋਏ ਫੌਜਦਾਰ ਤੇ ਹੋਰ ਜਿਹੜੇ ਉਮਰਾਵ ਸਨ, ਉਹਨਾਂ ਨੇ ਮਹਾਰਾਜ ਜੀ ਕੇ ਸੰਗ ਕੁਝ ਵਾਰਤਾਲਾਪ ਸਾਂਝੀ ਕੀਤੀ, ਬਾਤਾਂ ਹੋਈਆਂ। ਫਿਰ ਰਾਤਰੀ ਹੋ ਗਈ, ਰਾਤ ਦਾ ਜਿਹੜਾ ਸਮਾਂ ਹੈ ਉਹ ਇਸ ਸਥਾਨ ਤੇ ਬਿਤਾਉਂਦੇ ਹਨ। ਭਈ ਪਰਾਤ ਤਿਆਰੀ ਕਰਵਾਈ, ਤੇ ਔਰੰਗਜ਼ੇਬ ਦੇ ਦਿੱਤੇ ਹੋਏ ਹੁਕਮਾਂ ਦੇ ਅਨੁਸਾਰ ਫਿਰ ਫੌਜਦਾਰਾਂ ਨੇ ਸਾਰੀ ਤਿਆਰੀ ਕਰਵਾਈ ਹੈ। ਹੁਣ ਗੁਰੂ ਤੇਗ ਬਹਾਦਰ ਜੀ ਮਹਾਰਾਜ ਤੇ ਜਿਹੜੇ ਸਾਥੀ ਮਹਾਰਾਜ ਕੇ ਸਿੱਖ ਹਨ, ਉਹਨਾਂ ਨੂੰ ਇਸ ਸਥਾਨ ਤੋਂ ਦਿੱਲੀ ਵੱਲ ਨੂੰ ਲੈ ਕਰਕੇ ਜਾਣਗੇ ਜੀ। ਡਾਰ ਤੁਰੰਗਨ ਜੀਨ ਵਿਸਾਲੇ, ਦਿਨ ਚੜ੍ਹਦਿਆਂ ਹੀ ਤਿਆਰੀ ਹੋ ਗਈ, ਘੋੜਿਆਂ ਦੇ ਉੱਪਰ ਕਾਠੀਆਂ ਲਾ ਦਿੱਤੀਆਂ ਗਈਆਂ, ਲਗਾਮਾਂ ਪਾ ਦਿੱਤੀਆਂ ਗਈਆਂ, ਵਿਸ਼ੇਸ਼ ਤਿਆਰੀ ਜਿਹੜੀ ਹੈ ਉਹ ਕਰ ਦਿੱਤੀ ਹੈ ਜੀ। ਚੜੇ ਗੁਰੂ ਪਾ ਲਸ਼ਕਰ ਨਾਲੇ, ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਵੀ ਚੜ੍ਹ ਗਏ ਘੋੜੇ ਤੇ ਹੋਰ ਜਿਤਨਾ ਲਸ਼ਕਰ ਹੈ, ਸ਼ਾਹੀ ਫੌਜਾਂ, ਇਧਰ ਕਿਲੇਦਾਰ ਦੀ ਫੌਜ, ਕੋਤਵਾਲ ਆਦਿਕ ਸਾਰੇ ਦੇ ਸਾਰੇ ਜਿਤਨੇ ਵੀ ਸਨ, ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਸੰਗ ਦਿੱਲੀ ਵੱਲ ਨੂੰ ਚੱਲਦੇ ਹਨ। ਨਿਕਟ ਨਿਕਟ ਉਮਰਾਵ ਚਲੰਤਾ, ਤੇ ਜਿਹੜਾ ਔਰੰਗਜ਼ੇਬ ਦਾ ਭੇਜਿਆ ਹੋਇਆ ਮੁੱਖ ਮੰਤਰੀ ਸੀ, ਜਿਹਦੀ ਵਿਸ਼ੇਸ਼ ਕਰਕੇ ਇਸ ਕਾਰਜ ਦੀ ਜ਼ਿੰਮੇਵਾਰੀ ਲਾਈ ਗਈ, ਉਹ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਘੋੜੇ ਦੇ ਨਾਲ ਤੁਰ ਰਿਹਾ ਹੈ, ਭਾਵ ਜਿੱਥੇ ਜਿਹੜੇ ਘੋੜੇ ਦੇ ਉੱਪਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਚੜ੍ਹੇ ਹਨ, ਉਸੇ ਘੋੜੇ ਤੇ ਹੀ ਨਾਲ ਦੂਸਰੇ ਘੋੜੇ ਤੇ ਇਹ ਜਿਹੜਾ ਉਮਰਾਵ ਮੰਤਰੀ ਹੈ ਇਹ ਚੱਲਦਾ ਹੈ ਜੀ। ਚੌਦਿਸ ਮੈਂ ਦਲ ਬੜ ਗਮਨੰਤਾ, ਤੇ ਭਾਈ ਸੰਤੋਖ ਸਿੰਘ ਸਾਹਿਬ ਜੀ ਲਿਖਦੇ ਹਨ ਕਿ ਸਤਿਗੁਰੂ ਜੀ ਕੀ ਸਵਾਰੀ ਜਿੱਥੇ ਚੱਲ ਰਹੀ ਹੈ, ਜਿਸ ਘੋੜੇ ਤੇ ਮਹਾਰਾਜ ਜੀ ਸਵਾਰ ਹਨ, ਚੌਗਿਰਦੇ ਬਹੁਤ ਭਾਰੀ ਫੌਜ, ਕਿਉਂਕਿ 12,000 ਫੌਜ ਦਾ ਜਿਹੜਾ ਜ਼ਿਕਰ ਆਪ ਸੰਗਤਾਂ ਨੇ ਕੱਲ ਵੀ ਇਹ ਸਾਰਾ ਬਿਰਤਾਂਤ ਸਰਵਣ ਕੀਤਾ ਸੀ।
ਸੋ 12,000 ਫੌਜ ਦਾ ਇੱਕ ਵੱਡਾ ਇਕੱਠ ਜਿਹੜਾ ਹੈ ਮਹਾਰਾਜ ਜੀ ਕੀ ਸਵਾਰੀ ਦੇ ਚੌਗਿਰਦੇ ਚੌਹਾਂ ਪਾਸਿਆਂ ਤੋਂ ਤੁਰਦਾ ਹੈ ਜੀ। ਤੋਪ ਕਨ ਕੇ ਤੁਖਾਏ ਕਰ ਤੋੜੇ, ਤੁਪ ਕੰਨ ਕੇ ਤੁਖਾਏ ਕਰ ਤੋੜੇ। ਇਦਾਂ ਇਹ ਜਿਹੜੀ ਸ਼ਾਹੀ ਫੌਜ ਹੈ ਨਾ, ਆਪਣੇ ਨਿਯਮਾਂ ਅਨੁਸਾਰ ਤੋੜੇ ਆਦਿਕ ਦਾਗ ਕਰਕੇ ਇਹ ਚੱਲ ਰਹੀ ਹੈ ਜੀ। ਤਿਆਰੀ ਠਾਨ ਕਲਾ ਪਰ ਜੋੜੇ, ਬੜੇ ਹੀ ਵਿਸ਼ੇਸ਼ ਤਰੀਕੇ ਦੇ ਨਾਲ ਤਿਆਰੀ ਕਰਕੇ ਤੇ ਆਪਣੇ ਜਿਹੜੇ ਹਥਿਆਰ ਹਨ ਉਹਨੂੰ ਬਰੂਦਾਂ ਆਦਿਕ ਨਾਲ ਭਰ ਕੇ ਹੋਰ ਤਰੀਕਿਆਂ ਨਾਲ ਤਿਆਰੀ ਆਦਿਕ ਕਰਕੇ ਫੌਜ ਜਿਹੜੀ ਹੈ ਚੱਲਣ ਲੱਗੀ ਹੈ। ਸਾਵਧਾਨਤਾ ਕਰਤ ਕਨੇਰੇ, ਬੜੀ ਸਾਵਧਾਨਤਾ ਹੈ, ਕਿਉਂਕਿ ਜੋ ਹੁਕਮ ਬਾਦਸ਼ਾਹ ਔਰੰਗਜ਼ੇਬ ਨੇ ਦਿੱਤੇ ਹਨ ਵੀ ਵਿਸ਼ੇਸ਼ ਚੌਕਸੀ ਰੱਖਣੀ ਹੈ। ਕੋਈ ਹਿੰਦੂ ਰਾਜਾ, ਕੋਈ ਹੋਰ ਛਤਰੀ ਰਾਜਪੂਤ ਰਾਜਾ ਕਿਤੇ ਕੋਈ ਹਮਲਾ ਕਰਕੇ ਮਹਾਰਾਜ ਜੀਆਂ ਨੂੰ ਛੁਡਾ ਕੇ ਨਾ ਲੈ ਜਾਏ। ਸੋ ਇੱਕ ਭੈ ਹੈ ਹਕੂਮਤ ਦੇ ਮਨ ਅੰਦਰ ਵੀ ਕਿਤੇ ਐਸਾ ਨਾ ਹੋ ਜਾਵੇ, ਉਸ ਲਈ ਇਹ ਫੌਜ ਦੀ ਵਿਸ਼ੇਸ਼ ਸਾਵਧਾਨਤਾ, ਵਿਸ਼ੇਸ਼ ਤਿਆਰੀ ਹੈ ਜੀ। ਪੰਥ ਭਿਆਨੈ ਪ੍ਰਭ ਕੋ ਘੇਰੇ, ਪੰਥ ਬਿਆਨੈ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਚੌਗਿਰਦੇ ਤੋਂ ਘੇਰਿਆ ਹੋਇਆ ਹੈ ਤੇ ਇਸ ਰਸਤੇ, ਦਿੱਲੀ ਵਾਲੇ ਰਸਤੇ ਤੇ ਇਹ ਸਭ ਚੱਲਣ ਲੱਗੇ ਹਨ। ਦੀਰਘ ਮੰਜ਼ਲ ਕਰਤ ਚੱਲ ਆਏ, ਤੇ ਇਦਾਂ ਹੀ ਆਪਣਾ ਜਿਹੜਾ ਰਸਤਾ ਹੈ ਉਸ ਨੂੰ ਤੈਅ ਕਰਦੇ ਹੋਏ ਬਹੁਤ ਲੰਬਾ ਸਫ਼ਰ ਚੱਲ ਕੇ ਤੇ ਫਿਰ ਮੰਜ਼ਿਲ ਕਰਦੇ ਹਨ। ਦੀਰਘ ਮੰਜ਼ਿਲ ਤੋਂ ਭਾਵ ਹੈ ਜਿਵੇਂ ਕੋਈ 10 ਕੋ 20 ਕੋ 30 ਕੋ ਚੱਲ ਕੇ ਫਿਰ ਵਿਸ਼ਰਾਮ ਕਰਨਾ। ਸੋ ਇਸ ਵੇਲੇ ਇਹ ਫੌਜ ਮਹਾਰਾਜ ਜੀਆਂ ਨੂੰ ਗ੍ਰਿਫਤਾਰ ਕਰ, ਮਹਾਰਾਜ ਕੇ ਜਿਤਨੇ ਸਾਥ ਸਿੱਖ ਹਨ ਉਹਨਾਂ ਨੂੰ ਗ੍ਰਿਫਤਾਰ ਕਰ ਦਿੱਲੀ ਵੱਲ ਨੂੰ ਲੈ ਜਾ ਰਹੀ ਹੈ ਜੀ। ਨਿਸ ਬਿਸਰਾਮੈ ਦਿਨੈ ਸਿਧਾਏ, ਨਿਸ ਵਿਸਰਾਮੈ ਜਦੋਂ ਰਾਤਰੀ ਹੁੰਦੀ ਹੈ, ਹਨੇਰਾ ਪਸਰਦਾ ਹੈ ਤੇ ਉਦੋਂ ਵਿਸ਼ਰਾਮ ਕਰਦੇ ਹਨ। ਥੋੜਾ ਦਿਨ ਦਾ ਚੜਾਅ ਹੁੰਦਿਆਂ ਫਿਰ ਤੁਰ ਪੈਂਦੇ ਸਨ। ਪੰਚੋ ਸਿੱਖ ਸੰਗ ਗੁਰ ਚਾਲੇ, ਪੰਜ ਸਿੱਖ ਜਿਵੇਂ ਭਾਈ ਮਤੀ ਦਾ, ਸਤੀ ਦਾ, ਸਾਧਕ ਭਾਈ ਦਿਆਲਾ ਜੀ, ਇਹ ਸਾਰੇ ਸਿੱਖ ਜਿਹੜੇ ਹਨ ਮਹਾਰਾਜ ਜੀ ਕੇ ਸੰਗ ਚੱਲ ਰਹੇ ਸਨ। ਸਭ ਵਿਦ ਸੇਵਾ ਕਰੈ ਵਿਸਾਲੇ, ਤੇ ਨਾਲ ਹੀ ਸਿੱਖ ਮਹਾਰਾਜ ਜੀ ਕੀ ਬੜੇ ਅਦਬ ਭਾਵਨਾ ਪਿਆਰ ਸਹਿਤ ਸੇਵਾ ਵੀ ਕਰ ਰਹੇ ਹਨ। ਸਿੱਧ ਰਸੋਈ ਕਰ ਤ੍ਰਿਪਤਾਵੈ, ਕਿਉਂਕਿ ਜਿੱਥੇ ਵੀ ਰਾਤਰੀ ਵਿਸ਼ਰਾਮ ਹੁੰਦਾ ਹੈ ਮਹਾਰਾਜ ਡੇਰਾ ਕਰਦੇ ਹਨ, ਭਾਵੇਂ ਕਿ ਸ਼ਾਹੀ ਫੌਜਾਂ ਦੇ ਪਹਿਰੇ ਹੇਠ ਹਨ, ਲੇਕਿਨ ਫਿਰ ਵੀ ਸਿੱਖ ਮਹਾਰਾਜ ਜੀਆਂ ਨੂੰ ਸੁੱਚਾ ਭੋਜਨ ਤਿਆਰ ਕਰਕੇ ਛਕਾਉਂਦੇ ਹਨ। ਸਿੱਧ ਰਸੋਈ ਕਰ ਤ੍ਰਿਪਤਾਵੈ, ਕਿਉਂਕਿ ਮਹਾਰਾਜ ਐਵੇਂ ਜਹਾਂ ਕਹਾਂ ਕਾ ਆਹਾਰ ਤੇ ਛਕਦੇ ਨਹੀਂ ਸਨ। ਸੋ ਸਿੱਖ ਫਿਰ ਸੁੱਕੀ ਰਸਤ ਲੈ ਕਰਕੇ ਬੜੇ ਨਿਯਮ ਅਨੁਸਾਰ ਨਾਮ ਬਾਣੀ ਜਪ ਕੇ ਭੋਜਨ ਤਿਆਰ ਕਰਕੇ ਤੇ ਫਿਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ ਸੇਵਾ ਹਿਤ ਹਾਜ਼ਰ ਕਰਦੇ ਹਨ। ਇਸ ਵਿੱਚ ਰਸਤੇ ਵਿੱਚ ਵੀ ਸਿੱਖਾਂ ਨੇ ਆਪਣੀ ਇਹ ਸੇਵਾ ਜਾਰੀ ਰੱਖੀ ਹੈ। ਜਾਮੋ ਨਿਸਾਤੇ ਨਾਨਕ ਕਰਾਵੈ, ਜਾਮ ਨਿਸ਼ਾ ਭਾਵ ਜਿਵੇਂ ਦਿਨ ਚੜ੍ਹਦਾ ਹੈ ਜਾਂ ਰਾਤਰੀ ਵੇਲੇ ਸਫ਼ਰ ਦੁਰੇਡਾ ਹੈ, ਸੋ ਸਵੇਰੇ ਤੇ ਸ਼ਾਮ ਨੂੰ ਮਹਾਰਾਜ ਜੀ ਕੁਝ ਇਸ਼ਨਾਨ ਹੈ, ਇਹ ਸੇਵਾ ਵੀ ਸਿੱਖ ਰਸਤੇ ਵਿੱਚ ਕਰਦੇ ਹਨ। ਥੋੜੈ ਦਿਨ ਮੈਂ ਪਹੁੰਚੇ ਆਈ, ਦਿਨ ਕੁਝ ਲੱਗ ਗਏ ਰਸਤੇ ਦੇ ਵਿੱਚ, ਕਿਉਂਕਿ ਵੱਡਾ ਲਸ਼ਕਰ ਲੈ ਕੇ ਚੱਲਣਾ ਸੀ, ਫਿਰ ਰਸਤਾ ਲੰਬੇਰਾ, ਸੋ ਕੁਝ ਦਿਨ ਜਿਹੜੇ ਲੱਗੇ ਨੇ। ਨਿਸ਼ਚੈ ਭਾਵੇਂ ਗਿਣਤੀ ਨਹੀਂ ਦਿੱਤੀ ਭਾਈ ਸਾਹਿਬ ਜੀ ਹੋਰਾਂ ਨੇ, ਪਰ ਥੋੜ੍ਹੇ ਦਿਨਾਂ ਤੋਂ ਭਾਵ ਹੈ ਕੁਝ ਦਿਨ ਰਸਤੇ ਵਿੱਚ ਇਦਾਂ ਸਫ਼ਰ ਕਰਦਿਆਂ ਕਰਦਿਆਂ ਬਤੀਤ ਹੋਏ ਹਨ। ਪ੍ਰਥਮ ਸਾਡਿਗ ਸੁਧ ਪਹੁੰਚਾਈ, ਫਿਰ ਜਿਵੇਂ ਹੀ ਇਹ ਲਸ਼ਕਰ ਮਹਾਰਾਜ ਜੀ ਕੋ ਗ੍ਰਿਫਤਾਰ ਕਰ ਦਿੱਲੀ ਵੱਲ ਨੂੰ ਪਹੁੰਚਦਾ ਹੈ, ਸ਼ਹਿਰ ਦੇ ਨਜ਼ਦੀਕ ਬਾਦਸ਼ਾਹ ਦੇ ਦਰਬਾਰ ਦੇ ਨਜ਼ਦੀਕ ਪਹੁੰਚਿਆ, ਇੱਕ ਦੋ ਐਲਕਾਰਾਂ ਨੂੰ ਕਹਿ ਕਰਕੇ ਤੇ ਫਿਰ ਜਿਹੜੀ ਇਹ ਖਬਰ ਹੈ ਉਹ ਬਾਦਸ਼ਾਹ ਦੇ ਪਾਸ ਭੇਜ ਦਿੱਤੀ ਗਈ ਹੈ। ਹਿੰਦੁਨ ਗੁਰ ਸ੍ਰੀ ਤੇਗ ਬਹਾਦਰ, ਖਬਰ ਵਿੱਚ ਇਹ ਕਹਿ ਦਿੱਤਾ ਵੀ ਜਾ ਕਰਕੇ ਬਾਦਸ਼ਾਹ ਔਰੰਗਜ਼ੇਬ ਨੂੰ ਦੱਸ ਦੇਵੋ, ਹਿੰਦੂਆਂ ਦੇ ਮੁੱਖ ਆਗੂ, ਮੁੱਖ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਆਨਿਓ ਸਹਿਤ ਸੁਚੇਤੀ ਸਾਦਰ, ਬੜੀ ਤਕੜਾਈ ਕਰਕੇ ਸੁਚੇਤ ਹੋ ਕਰਕੇ ਕਰੜੇ ਪਹਿਰੇ ਹੇਤ ਗ੍ਰਿਫਤਾਰ ਕਰਕੇ ਦਿੱਲੀ ਪਹੁੰਚ ਰਹੇ ਹਨ। ਜਥਾ ਹੁਕਮ ਅਬ ਰਾਵਰ ਕੇਰਾ, ਹੁਣ ਦਿੱਲੀ ਦੇ ਅੰਦਰ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਲਿਆਇਆ ਜਾ ਰਿਹਾ ਹੈ ਤੇ ਇਸ ਤੋਂ ਅੱਗੇ ਜੋ ਬਾਦਸ਼ਾਹ ਦਾ ਹੁਕਮ ਹੈ ਉਹ ਕੀਤਾ ਜਾਏ। ਤਥਾ ਕਰੈ ਕਰਾਵੈ ਡੇਰਾ, ਜਿਵੇਂ ਹੁਕਮ ਹੋਵੇਗਾ, ਜਿਸ ਥਾਂ ਤੇ ਹੁਕਮ ਹੋਵੇਗਾ ਉੱਥੇ ਹੀ ਡੇਰਾ ਕੀਤਾ ਜਾਏਗਾ। ਭਾਵ ਕਿਹੜੇ ਸਥਾਨ ਤੇ ਲੈ ਕਰਕੇ ਜਾਣਾ ਹੈ, ਕੋਤਵਾਲੀ ਲੈ ਕਰਕੇ ਆਉਣਾ ਹੈ, ਉਹਦੀ ਸਭਾ ਵਿੱਚ ਲੈ ਕਰਕੇ ਆਉਣਾ ਹੈ, ਜਾਂ ਕਿਸੇ ਹੋਰ ਹਵੇਲੀ ਅੰਦਰ ਕਿੱਥੇ ਲਿਜਾਣਾ ਹੈ। ਸੋ ਜਿਵੇਂ ਹੁਕਮ ਆਵੇਗਾ ਇਹ ਫੌਜਦਾਰ ਉਸ ਪਾਸੇ ਵੱਲ ਨੂੰ ਹੀ ਮਹਾਰਾਜ ਜੀ ਕੋ ਲੈ ਕਰਕੇ ਜਾਣਗੇ ਜੀ। ਸੁਣ ਅਵ ਰੰਗ ਆਨੰਦ ਉਰ ਪੀਨੇ, ਤੇ ਜਿਸ ਵਕਤ ਐਲਕਾਰਾਂ ਨੇ ਜਾ ਕਰਕੇ ਬਾਦਸ਼ਾਹ ਔਰੰਗਜ਼ੇਬ ਨੂੰ ਇਹ ਖਬਰ ਸੁਣਾਈ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਦਿੱਲੀ ਲੈ ਆਏ ਹਾਂ,
ਸੋ ਸੁਣਦਿਆਂ ਹੀ ਬਾਦਸ਼ਾਹ ਔਰੰਗਜ਼ੇਬ ਆਪਣੇ ਆਪ ਦੇ ਵਿੱਚ ਬਹੁਤ ਪ੍ਰਸੰਨ ਹੋਇਆ। ਜਿਵੇਂ ਭਾਈ ਸਾਹਿਬ ਜੀ ਹੋਰਾਂ ਲਿਖਿਆ ਨਾ, ਆਨੰਦ ਔਰ ਪੀਨੇ, ਇੰਨਾ ਕੁ ਪ੍ਰਸੰਨ। ਔਰ ਦਾ ਮਤਲਬ ਹੁੰਦਾ ਹਿਰਦਾ, ਵੀ ਉਹਦਾ ਹਿਰਦਾ ਇੱਕਦਮ ਆਨੰਦ ਦੇ ਨਾਲ ਭਰ ਗਿਆ, ਵੀ ਮਾਨੋ ਜਿਵੇਂ ਮੈਂ ਆਪਣੇ ਮਕਸਦ ਵਿੱਚ ਪੂਰਨ ਤੌਰ ਤੇ ਕਾਮਯਾਬ ਹੋ ਗਿਆ ਹਾਂ। ਸਭਾ ਮੁਲਾਨੇ ਬੂਜਨ ਕੀਨੇ, ਤੇ ਤੁਰਤ ਉਸਨੇ ਹੁਕਮ ਦੇ ਕਰਕੇ ਮੁਲਾਣਿਆਂ ਦੀ ਸਭਾ ਇਕੱਤਰ ਕੀਤੀ। ਜਿਵੇਂ ਉਹਦੀ ਸਭਾ ਦੇ ਵਿੱਚ ਜਿਤਨੇ ਵੀ ਅਹਿਲਕਾਰ ਬੈਠਦੇ ਹਨ, ਜਿਹੜੇ ਉਹਦੇ ਨਿੱਜੀ ਸਲਾਹਕਾਰ ਹਨ, ਕਾਜੀ, ਮੁਲਾਣੇ, ਹੋਰ ਮੰਤਰੀ ਆਦਿ, ਉਹਨਾਂ ਨੂੰ ਕਿਹਾ ਵੀ ਜਲਦੀ ਤੋਂ ਜਲਦੀ ਸਭਾ ਇਕੱਤਰ ਕੀਤੀ ਜਾਏ। ਕਿਮ ਪਰਖੈ ਅਜਮਤ ਕੁਛ ਇਨਕੀ, ਕਿ ਜਿਸ ਵਕਤ ਸਭਾ ਇਕੱਤਰ ਹੋਈ, ਫਿਰ ਸਭਾ ਦੇ ਵਿੱਚ ਇਹ ਸਵਾਲ ਚੱਲਿਆ ਵੀ ਪਹਿਲੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ ਕੋਈ ਅਜਮਤ ਨੂੰ ਪਰਖ ਲਿਆ ਜਾਵੇ। ਅਜਮਤ ਤੋਂ ਭਾਵ ਹੈ ਕਿ ਜਿਵੇਂ ਬਾਦਸ਼ਾਹ ਔਰੰਗਜ਼ੇਬ ਪਹਿਲੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ ਤਾਕਤ ਨੂੰ ਪਰਖਦਾ ਰਿਹਾ, ਉਸ ਤੋਂ ਪਹਿਲਾਂ ਇਹਨੇ ਰਾਮ ਰਾਏ ਜੀ ਦੇ ਕੌਤਕ ਵੇਖੇ। ਹੁਣ ਇਹ ਚਾਹੁੰਦਾ ਹੈ ਵੀ ਜਿਹੜੀ ਸ਼ਕਤੀ, ਜਿਹੜੀ ਤਾਕਤ ਦੇ ਮਾਲਕ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਹਨ, ਇਹਨਾਂ ਦੀ ਵੀ ਅਜਮਤ ਇੱਥੇ ਦਿੱਲੀ ਸ਼ਹਿਰ ਦੇ ਵਿੱਚ ਆਉਂਦਿਆਂ ਪਹਿਲ ਦੇ ਆਧਾਰ ਤੇ ਪਰਖ ਲਈ ਜਾਵੇ, ਭਾਵ ਕਰਾਮਾਤ ਵੇਖ ਲਈ ਜਾਵੇ। ਜੇ ਕਰਾਮਾਤ ਵਿੱਚ ਕਾਮਲ ਨਜ਼ਰ ਆਉਂਦੇ ਨੇ ਤੇ ਫਿਰ ਕੁਝ ਹੋਰ ਕਰਾਂਗੇ, ਨਹੀਂ ਤੇ ਫਿਰ ਇੱਕ ਆਮ ਸੰਸਾਰਿਕ ਮਨੁੱਖ ਵਤ ਇਹਨਾਂ ਨੂੰ ਸਜ਼ਾ ਦਿੱਤੀ ਜਾਏਗੀ। ਸੋ ਅਜਮਤ ਵੇਖਣ ਦੇ ਲਈ ਇਹ ਉਤਾਵਲਾ ਹੈ ਤੇ ਹੁਣ ਇਹ ਯਤਨ ਕਰ ਰਿਹਾ ਹੈ ਜੀ। ਦੇਹੋ ਬਤਾਏ ਚਤੁਰਤਾ ਮਨ ਕੀ, ਤੇ ਮੁਲਾਣੇ ਕਾਜੀ ਜਿਤਨੇ ਵੀ ਇਹਦੀ ਸਭਾ ਅੰਦਰ ਬੈਠੇ ਸਨ, ਇਸਨੇ ਕਿਹਾ ਵੀ ਮੈਨੂੰ ਕੋਈ ਇਦਾਂ ਦਾ ਤਰੀਕਾ ਦੱਸੋ ਜਿਹਦੇ ਨਾਲ ਮੈਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਅੰਦਰ ਦੀ ਅਜਮਤ ਨੂੰ ਪਰਖ ਸਕਾਂ ਜੀ। ਸੁਨ ਦੁਰਮਤ ਚਿਤ ਕਹਿਤ ਮੁਲਾਨੇ, ਫਿਰ ਸੁਨ ਦੁਰਮਤ, ਭਾਈ ਸਾਹਿਬ ਜੀ ਕਹਿੰਦੇ ਨੇ ਫਿਰ ਮਾੜੀ ਮੱਤ ਵਾਲੇ ਦੇ ਸਭਾ ਵਾਲੇ ਵੀ ਸਨ, ਕਿਉਂਕਿ ਇਹ ਤੇ ਸੁਭਾਵਕ ਦੀ ਗੱਲ ਹੈ ਨਾ ਗੁਰਮੁਖੋ। ਜੇ ਬਾਦਸ਼ਾਹ ਹੋਛੀ ਮੱਤ ਦਾ ਹੈ ਤੇ ਉਹਦੀ ਸਭਾ ਵਿੱਚ ਅਸੀਂ ਕਿਵੇਂ ਕਹਿ ਸਕਦੇ ਹਾਂ ਵੀ ਕੋਈ ਸਿਆਣਾ ਬੈਠਾ ਹੋਵੇਗਾ, ਉਹ ਵੀ ਉਹਨੇ ਉਸੇ ਤਰ੍ਹਾਂ ਦੇ ਇਕੱਠੇ ਕਰਕੇ ਬਿਠਾਏ ਹੋਣਗੇ। ਸੋ ਬਾਦਸ਼ਾਹ ਇਹ ਕਹਿ ਰਿਹਾ ਵੀ ਮੈਂ ਗੁਰੂ ਦੀ ਅਜਮਤ ਵੇਖਣੀ ਹੈ, ਤੇ ਜਿਹੜੇ ਸਾਹਮਣੇ ਮੁਲਾਣੇ ਕਾਜੀ ਆਦਿਕ ਹੋਰ ਇਹਦੇ ਸਲਾਹਕਾਰ ਬੈਠੇ ਨੇ, ਉਹ ਵੀ ਉਤਾਵਲੇ ਨੇ ਵੀ ਹਾਂ ਬਾਦਸ਼ਾਹ ਇਹ ਤੇ ਵੇਖਣੀ ਚਾਹੀਦੀ ਹੈ। ਸੋ ਸੁਨ ਦੁਰਮਤ ਚਿਤ ਕਹਿਤ ਮੁਲਾਣੇ, ਮਾੜੀ ਮੱਤ ਦੇ ਗਰਸੇ ਹੋਏ ਜਿਤਨੇ ਵੀ ਸਨ, ਉਹਨਾਂ ਸਾਰਿਆਂ ਨੇ ਫਿਰ ਬਾਦਸ਼ਾਹ ਦੀ ਹਾਂ ਵਿੱਚ ਹਾਂ ਮਿਲਾਈ ਤੇ ਅੱਗੇ ਇਉਂ ਸਲਾਹ ਦੇ ਰਹੇ ਹਨ। ਇੱਕ ਉਪਾਵ ਹਮ ਕਰੈ ਬਖਾਨੇ, ਕਹਿਣ ਲੱਗੇ ਇੱਕ ਤਰੀਕਾ ਹੈ ਬਾਦਸ਼ਾਹ ਸਲਾਮਤ, ਇੱਕ ਤਰੀਕਾ ਹੈ ਜੇ ਕਿਤੇ ਆਪਾਂ ਵਰਤ ਕੇ ਵੇਖ ਲਈਏ। ਇੱਕ ਤਰੀਕਾ ਕਿਹੜਾ ਹੈ ਉਹ ਇਹ ਦੱਸ ਰਹੇ ਹਨ, ਔਰੰਗਜ਼ੇਬ ਨੂੰ ਸਲਾਹ ਦੇ ਰਹੇ ਸਨ। ਪੁਰ ਮੈਂ ਇੱਕ ਹਵੇਲੀ ਹੈ, ਕਹਿਣ ਲੱਗੇ ਇੱਥੇ ਸਾਡੇ ਦਿੱਲੀ ਸ਼ਹਿਰ ਦੇ ਅੰਦਰ ਨਾ ਇੱਕ ਹਵੇਲੀ ਹੈਗੀ ਹੈ। ਹੁਣ ਉਹ ਹਵੇਲੀ ਕਿਹੜੀ ਹੈ ਉਹਦਾ ਅੱਗੇ ਜ਼ਿਕਰ ਆਵੇਗਾ ਇਤਿਹਾਸ ਵਿੱਚ। ਜਿਹੜੀ ਹਵੇਲੀ ਹੈ ਉਸ ਹਵੇਲੀ ਤਾਈ ਜੀਓ ਸੁਣੀ ਪਰੀ ਨਹੀਂ ਕੋ ਰਹਿ, ਉਹ ਹਵੇਲੀ ਦਾ ਇਹ ਸੁਣੀਦਾ ਹੈ ਵੀ ਅੱਜ ਤੱਕ ਕੋਈ ਉਸ ਹਵੇਲੀ ਦੇ ਵਿੱਚ ਰਹਿ ਨਹੀਂ ਸਕਿਆ। ਕਿਉਂ ਨਹੀਂ ਰਹਿ ਸਕਿਆ? ਕਿਉਂਕਿ ਉਸ ਹਵੇਲੀ ਦੇ ਵਿੱਚ ਕੁਝ ਐਸੀਆਂ ਅਪਵਿੱਤਰ ਆਤਮਾਵਾਂ ਦੇ ਪਹਿਰੇ ਹਨ, ਜਿਵੇਂ ਆਪਾਂ ਕਹਿ ਲਈਏ ਪ੍ਰੇਤ ਆਦਿਕ, ਭੂਤ ਆਦਿਕ, ਜਾਂ ਇੱਕ ਮਾਨਸਿਕ ਭੈ ਬਣਿਆ ਹੋਇਆ ਹੈ। ਹਰ ਕੋਈ ਕਹਿੰਦਾ ਹੈ ਵੀ ਇਸ ਹਵੇਲੀ ਦੇ ਅੰਦਰ ਕੁਝ ਗੁਪਤ ਸ਼ਕਤੀਆਂ ਵਰਤਦੀਆਂ ਨੇ, ਗੁਪਤ ਤਾਕਤਾਂ ਨੇ, ਜੋ ਵੀ ਕੋਈ ਆਉਂਦਾ ਹੈ ਉਹਦਾ ਕੋਈ ਵੱਡਾ ਭਾਰੀ ਨੁਕਸਾਨ ਜਾਂ ਦੁੱਖ ਬਣਦਾ। ਸੋ ਇਸ ਵੇਲੇ ਇੱਕ ਹਵੇਲੀ ਹੈ ਇਸ ਸ਼ਹਿਰ ਦੇ ਅੰਦਰ, ਜਿੱਥੇ ਅੱਜ ਤੱਕ ਕੋਈ ਜਾਂਦਾ ਹੀ ਨਹੀਂ। ਹਰ ਕੋਈ ਭੈ ਦਾ ਡਰਿਆ ਹੋਇਆ, ਉਸ ਪਾਸੇ ਵੱਲ ਕੋਈ ਮੁੱਖ ਨਹੀਂ ਕਰਦਾ ਹੈ ਜੀ। ਨੈ ਬਸਬੇ ਕੋ ਕਾਰਨ ਜਾਨੋ, ਨੈ ਬਸਬੇ ਕੋ ਕਾਰਨ ਜਾਨੋ, ਅਹਿਲਕਾਰੇ ਦੇ ਸਲਾਹਕਾਰ ਦੱਸ ਰਹੇ ਸਨ ਕਿ ਉੱਥੇ ਕਿਸੇ ਦੇ ਨਾਮ ਵਸਣ ਦਾ ਕਾਰਨ ਕੀ ਹੈ, ਕਿਉਂਕਿ ਉਹ ਹਵੇਲੀ ਬਹੁਤ ਸਮੇਂ ਤੋਂ, ਜਦੋਂ ਤੋਂ ਬਣੀ ਹੈ, ਖਾਲੀ ਹੀ ਪਈ ਹੈ, ਕੋਈ ਨਹੀਂ ਉੱਥੇ ਵਸਿਆ। ਜੇ ਕਿਸੇ ਯਤਨ ਕੀਤੇ ਤੇ ਉਹਨੂੰ ਛੱਡ ਕਰਕੇ ਨੱਸ ਗਏ। ਨੈ ਬਸਬੇ ਕੋ ਕਾਰਨ ਜਾਨੋ, ਭਾਵ ਉੱਥੇ ਕਿਸੇ ਦੇ ਨਾ ਵਸਣ ਦਾ ਕਾਰਨ ਕੀ ਹੈ, ਉਹ ਇਹ ਹੈ ਜੀ ਰਹਿ ਤਾਂ ਕੋ ਪ੍ਰੇਤ ਕੇ ਦਾਨੋ, ਇਹ ਸੁਣੀਦਾ ਹੈ ਵੀ ਇੱਥੇ ਕੋਈ ਪ੍ਰੇਤ ਰਹਿੰਦਾ ਹੈ। ਪ੍ਰੇਤ ਤੋਂ ਭਾਵ ਹੈ ਵੀ ਕੋਈ ਐਸੀ ਗੁਪਤ ਆਤਮਾ ਕਹਿ ਲਈਏ, ਮਾੜੀ ਆਤਮਾ ਦਾ ਵਾਸਾ ਹੈ। ਜਦੋਂ ਕੋਈ ਇੱਥੇ ਵਸਣ ਲੱਗਦਾ ਹੈ ਉਸ ਨੂੰ ਦੁੱਖ ਦੇਣਾ ਸ਼ੁਰੂ ਕਰ ਦਿੰਦੀ ਹੈ। ਸੋ ਉਹ ਇਹ ਸੁਣੀਦਾ ਹੈ, ਨਿਸ਼ਚਾ ਨਹੀਂ ਹੈ ਉਹਨਾਂ ਨੂੰ ਵੀ, ਕਿਉਂਕਿ ਇਹ ਕੁਦਰਤੀ ਵੀ ਹੋ ਜਾਂਦਾ। ਗੁਰਮੁਖੋ ਕਈ ਸਥਾਨ ਐਸੇ ਹੁੰਦੇ ਨੇ ਜਿੱਥੇ ਇੱਕ ਤੋਂ ਬਾਅਦ ਦੂਜੀ ਵਾਰ ਕਿਸੇ ਨੂੰ ਥੋੜਾ ਦੁੱਖ ਮਿਲ ਜਾਵੇ, ਮਨੁੱਖ ਉਹਦੇ ਨਾਲ ਵੀ ਐਸੀਆਂ ਕਹਾਣੀਆਂ ਘੜ ਦਿੰਦਾ। ਚਲੋ ਜੇ ਅਸੀਂ ਮੰਨ ਵੀ ਲੈਂਦੇ ਹਾਂ ਵੀ ਕੁਝ ਐਸਾ ਹੋਵੇਗਾ, ਕੋਈ ਐਸੀ ਉੱਥੇ ਵਰਤਦੀ ਹੋਵੇਗੀ ਕਲਾ, ਪਰੰਤੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਤੇ ਪੂਰੀ ਅਜ਼ਮਤ ਦੇ ਮਾਲਕ ਨੇ, ਬਖਸ਼ਿਸ਼ ਦੇ ਮਾਲਕ ਨੇ, ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਕੀ ਪ੍ਰਵਾਹ ਹੈ।
ਸੋ ਮੁਲਾਣੇ ਆਪਸ ਵਿੱਚ ਸਲਾਹਾਂ ਕਰ ਰਹੇ ਸਨ ਵੀ ਕਿਉਂ ਨਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਉਸ ਹਵੇਲੀ ਵਿੱਚ ਠਹਿਰਾ ਦਿੱਤਾ ਜਾਏ, ਜੋ ਤਿਸ ਮੈਂ ਨਿਸਬਾਸ ਕਰੰਤਾ। ਕਿਉਂਕਿ ਉਸ ਹਵੇਲੀ ਦੇ ਅੰਦਰ ਕੁਝ ਐਸਾ ਹੈ ਹੁਣ ਤੱਕ ਜੋ ਵੀ ਉੱਥੇ ਕੋਈ ਵਸਣ ਦੇ ਲਈ ਪਹੁੰਚਿਆ ਹੈ ਜੀ, ਬੜੇ ਤਰਾਸ ਕੋ ਪਾਏ ਮਰੰਤਾ। ਉਸ ਹਵੇਲੀ ਵਿੱਚ ਉਹ ਵੱਡੇ ਤਰਾਸ ਤੋਂ ਭਾਵ ਹੈ ਡਰ ਭੈ ਦੇ ਅਧੀਨ ਹੋ ਕਰਕੇ ਤੇ ਫਿਰ ਮੌਤ ਨੂੰ ਪ੍ਰਾਪਤ ਹੁੰਦਾ ਹੈ। ਲੱਗੇ ਰਜਤ ਪਤਨ ਕਈ ਹਜ਼ਾਰ। ਤੇ ਉਸ ਹਵੇਲੀ ਨੂੰ ਵੇਖ ਕਰਕੇ ਲੱਗਦਾ ਹੈ ਵੀ ਜਿਸ ਵੀ ਕਿਸੇ ਨੇ ਇਸ ਹਵੇਲੀ ਨੂੰ ਬਣਾਇਆ ਹੈ, ਜਿਸ ਵੀ ਕਿਸੇ ਨੇ ਇਹ ਹਵੇਲੀ ਦਾ ਨਿਰਮਾਣ ਕੀਤਾ, ਭਾਵ ਉਹ ਜਿਹੜਾ ਵਸਣ ਵਾਲਾ ਸਥਾਨ ਹੈ ਉਹ ਬਣਾਇਆ, ਉਹਦੇ ਉੱਪਰ ਕੋਈ ਹਜ਼ਾਰਾਂ ਰੁਪਈਏ, ਹਜ਼ਾਰਾਂ ਰਜਤ ਪਨ ਖਰਚ ਹੋਏ ਹਨ। ਤਜੀ ਸਬਨ ਸੋ ਡਰ ਉਰ ਧਾਰ। ਲੇਕਿਨ ਬਣਾਉਣ ਤੋਂ ਉਪਰੰਤ ਉੱਥੇ ਸਦੀਵ ਕੋਈ ਵਸਿਆ ਨਹੀਂ ਹੈ। ਜੇ ਕਿਸੇ ਨੇ ਯਤਨ ਕੀਤਾ ਹੈ ਤੇ ਉਹ ਡਰ ਨੂੰ ਪ੍ਰਾਪਤ ਹੋ ਕੇ ਉਹਦੀ ਮੌਤ ਹੋ ਗਈ ਹੈ। ਸੋ ਇਸ ਵਿਧ ਉਹ ਇੱਕ ਸੁੰਨੀ ਹਵੇਲੀ ਹੈ ਜੀ। ਨਹਿ ਪਰਵੇਸ਼ ਦਿਨ ਮੈਂ ਪੀ ਕਰੈ। ਰਾਤ ਦੀ ਤੇ ਬਾਤ ਦੂਰ ਬਾਦਸ਼ਾਹ ਔਰੰਗਜ਼ੇਬ ਉਸ ਪਾਸੇ ਵੱਲ ਨੂੰ ਤੇ ਕਦੇ ਕਿਸੇ ਨੇ ਡਰਦਿਆਂ ਹੋਇਆਂ ਦਿਨ ਵੱਲ ਵੀ ਮੁੱਖ ਨਹੀਂ ਕੀਤਾ ਹੈ ਜੀਓ। ਮਾਰ ਨਾ ਦੇਹ ਦੇਵਤੇ ਡਰੈ। ਇਸ ਗੱਲੋਂ ਹਰ ਕੋਈ ਡਰਦਾ ਹੈ ਵੀ ਜੇ ਕਿਤਰੇ ਖੁਦਾ ਨੇ ਤਾਂ ਉਸ ਹਵੇਲੀ ਵਿੱਚ ਅਸੀਂ ਗਏ ਚਲੇ ਤੇ ਸਾਡੀ ਕੋਈ ਮੌਤ ਨਾ ਹੋ ਜਾਏ। ਕੋਈ ਡਰ, ਕੋਈ ਭੈ ਐਸਾ ਹੈ ਜਿਹੜਾ ਹਰ ਮਨੁੱਖ ਨੂੰ ਉਸ ਸਥਾਨ ਤੇ ਜਾਣ ਤੋਂ ਵਰਜਦਾ ਹੈ। ਪ੍ਰਥਮ ਉਤਾਰੋ ਗੁਰ ਤਿਸ ਮਾਹੀ। ਤੇ ਜਿਹੜੇ ਏਦਾਂ ਉਜਤੀ ਮਨੁੱਖ ਸਨ ਜਿਨ੍ਹਾਂ ਨੇ ਇਹ ਸਭ ਕੁਝ ਮਨ ਵਿੱਚ ਚਿਤਵਿਆ ਤੇ ਫਿਰ ਬਾਦਸ਼ਾਹ ਔਰੰਗਜ਼ੇਬ ਨੂੰ ਕਿਹਾ ਕਿ ਬਾਦਸ਼ਾਹ ਕਿਤਨਾ ਚੰਗਾ ਹੋਵੇ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਆਪਾਂ ਉਤਾਰਾ ਹੀ ਉੱਥੇ ਕਰਵਾਉਂਦੇ ਹਾਂ, ਉਸ ਹਵੇਲੀ ਅੰਦਰ ਰੱਖਦੇ ਹਾਂ। ਪ੍ਰਥਮ ਉਤਾਰੋ ਗੁਰ ਤਿਸ ਮਾਹੀ, ਕਹਿ ਦੇਵੋ ਫੌਜਦਾਰਾਂ ਨੂੰ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਹਿਲਾ ਉਤਾਰਾ ਉਸ ਹਵੇਲੀ ਅੰਦਰ ਕਰਨਾ ਹੈ ਜੀ। ਕਹੇ ਜੇ ਤਹਾਂ ਪਰਵੇਸੈ ਨਾਹੀ। ਕਹੇ ਜੇ ਤਹਾਂ ਭਾਵ ਇਉਂ ਆਪਾ ਸੁਨੇਹਾ ਭੇਜ ਦਿੰਦੇ ਹਾਂ ਤੇ ਜਿਹੜੇ ਫੌਜਦਾਰ ਲੈ ਕਰਕੇ ਆ ਰਹੇ ਹਨ ਉਹ ਉਸ ਹਵੇਲੀ ਅੰਦਰ ਲੈ ਜਾਣਗੇ ਜੀ। ਤੋ ਤੁਮ ਸਰਾ ਲਿਓ ਮਨਵਾਏ। ਤੇ ਜੇਕਰ ਕਿਸੇ ਭੈ ਦੇ ਅਧੀਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਵੀ ਉਸ ਹਵੇਲੀ ਅੰਦਰ ਜਾਣ ਤੋਂ ਮਨਾ ਕਰਦੇ ਹਨ, ਫਿਰ ਇਹ ਜਿਹੜੀ ਸ਼ਰ੍ਹਾ ਦੀ ਬਾਤ ਹੈ, ਭਾਵ ਦੀਨ ਇਸਲਾਮ ਨੂੰ ਕਬੂਲ ਕਰੋ, ਇਹ ਸ਼ਰ੍ਹਾ ਮਨਵਾਵਾਂਗੇ, ਫਿਰ ਕਵਾਂਗੇ ਜਾਂ ਤੇ ਸ਼ਰ੍ਹਾ ਮੰਨੋ ਤੇ ਜਾਂ ਫਿਰ ਹਵੇਲੀ ਦੇ ਅੰਦਰ ਠਹਿਰੋ। ਸੋ ਇਸ ਵੇਲੇ ਇੱਕ ਹੁਜਤ ਜਿਹੜੀ ਹੈ ਉਹ ਇਹਨਾਂ ਮੁਲਾਣਿਆਂ ਨੇ ਔਰੰਗਜ਼ੇਬ ਦੇ ਨਾਲ ਮਿਲ ਕਰਕੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਨਾਲ ਖੇਡਣ ਦਾ, ਕਰਨ ਦਾ ਯਤਨ ਕੀਤਾ ਹੈ। ਹੋਏ ਅਨਸਾਰੀ ਸਹਿਜ ਸੁਭਾਏ। ਹਾਂ, ਜੇਕਰ ਗੁਰੂ ਤੇਗ ਬਹਾਦਰ ਮਹਾਰਾਜ ਸਹਿਜ ਸੁਭਾਏ ਉੱਥੇ ਟਿਕਣ ਦੇ ਲਈ ਰਾਜੀ ਹੋ ਜਾਂਦੇ ਹਨ। ਜੇ ਨੈ ਮਾਨੈ ਕਹਿਓ ਤੁਮਾਰੋ। ਪਰੰਤੂ ਜੇ ਕਿਤੇ ਉਹ ਆਪ ਜੀ ਦੀ ਕਹੀ ਹੋਈ ਬਾਤ ਨੂੰ ਨਹੀਂ ਵੀ ਮੰਨਦੇ ਹਨ। ਨਿਸ ਬਸਾਏ ਤਿਸ ਕਰ ਮੈਂ ਮਾਰੋ। ਨਿਸ ਬਸਾਏ ਭਾਵ ਉਸ ਸਥਾਨ ਤੇ ਰੋਕ ਕਰਕੇ ਤੇ ਉਸ ਸਥਾਨ ਤੇ ਹੀ ਕੋਈ ਭੈ ਦੇ ਕਰਕੇ ਜਾਂ ਕੋਈ ਫੌਜੀ ਭੈ ਦੇ ਕਰਕੇ ਉਸ ਸਥਾਨ ਤੇ ਹੀ ਜਾਂ ਤੇ ਈਨ ਮਨਵਾਵਾਂਗੇ, ਭਾਵ ਧਰਮ ਤਬਦੀਲ ਕਰਵਾਵਾਂਗੇ ਜਾਂ ਫਿਰ ਸਜ਼ਾ ਦੇਵਾਂਗੇ। ਇਉਂ ਜਿਸ ਵਕਤ ਬਾਦਸ਼ਾਹ ਔਰੰਗਜ਼ੇਬ ਨੂੰ ਪਤਾ ਲੱਗਿਆ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਗ੍ਰਿਫਤਾਰ ਕਰ ਦਿੱਲੀ ਲਿਆਂਦਾ ਗਿਆ, ਪ੍ਰਥਮ ਉਹਨੇ ਆਪਣੀ ਸਭਾ ਵਿੱਚ ਬੈਠ ਕਰਕੇ ਇਹ ਫੈਸਲਾ ਕੀਤਾ ਹੈ ਜੀ। ਸੁਨਿਆ ਰੰਗ ਜਾਨ ਚਤਰਾਈ। ਤੇ ਇਹ ਜਿਹੜਾ ਫੈਸਲਾ ਇਹਨਾਂ ਨੇ ਲਿਆ ਹੈ, ਭਾਵ ਜਿਹਨੇ ਵੀ ਸਲਾਹ ਦਿੱਤੀ ਹੈ ਦੀ ਸਭਾ ਦੇ ਅੰਦਰੋਂ ਕਾਜੀ ਮੌਲਾਣੇ ਨੇ, ਬਾਦਸ਼ਾਹ ਔਰੰਗਜ਼ੇਬ ਨੇ ਸੁਣੀ ਤੇ ਉਹਨੇ ਵੀ ਇਹਦੇ ਵਿੱਚ ਕੁਝ ਨਾ ਕੁਝ ਠੀਕ ਸਮਝਿਆ। ਚਤੁਰਾਈ ਤੋਂ ਭਾਵ ਆਪਣੀ ਚਤੁਰਾਈ, ਆਪਣੀ ਮੱਤ ਨੂੰ ਪਹਿਲ ਦਿੱਤੀ ਹੈ। ਸੰਗ ਮੁਲਾਨੇ ਸਾਧ ਅਲਾਈ। ਸੰਗ ਮੁਲਾਨੇ, ਜਿਤਨੇ ਵੀ ਮੁਲਾਣੇ ਬੈਠੇ ਸਨ ਇਹਦੀ ਸਭਾ ਦੇ ਅੰਦਰ, ਨਿੱਜੀ ਸਲਾਹਕਾਰ ਸਨ ਹੋਏ ਦੇ, ਸਾਧ ਅਲਾਈ। ਭਾਈ ਸਾਹਿਬ ਜੀ ਕਹਿੰਦੇ ਨੇ ਇਦਾਂ ਨਾ ਬੜੇ ਸਵਾਦ ਲੈ ਕਰਕੇ ਬਾਤਾਂ ਕਰ ਰਹੇ ਸਨ, ਜਿਵੇਂ ਕਹਿ ਰਹੇ ਸਨ ਵੀ ਹਾਂ, ਬਾਦਸ਼ਾਹ ਔਰੰਗਜ਼ੇਬ ਨੇ ਵੀ ਉਸ ਨੂੰ ਬੜੀ ਸ਼ਾਬਾਸ਼ੀ ਦਿੱਤੀ। ਉਸਨੇ ਵੀ ਕਿਹਾ ਵੀ ਹਾਂ ਤੂੰ ਇਹ ਬਹੁਤ ਚੰਗੀ ਸਲਾਹ ਮੈਨੂੰ ਦਿੱਤੀ ਹੈ, ਆਪਾਂ ਪ੍ਰਥਮ ਇਦਾਂ ਹੀ ਕਰਦੇ ਹਾਂ, ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਉਸ ਹਵੇਲੀ ਅੰਦਰ ਹੀ ਰੋਕਦੇ ਹਾਂ ਜੀ। ਆਛੀ ਕਹੀ ਪਰਖਬੋ ਹੋਏ। ਆਛੀ ਕਹੀ ਕਹਿਣ ਲੱਗਾ ਬਾਦਸ਼ਾਹ ਔਰੰਗਜ਼ੇਬ ਵੀ ਬਹੁਤ ਨੇਕ ਸਲਾਹ ਦਿੱਤੀ ਹੈ, ਕਿਉਂਕਿ ਇੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੇਕਰ ਇਸ ਹਵੇਲੀ ਅੰਦਰ ਰਾਤਰੀ ਲਈ ਵਿਸ਼ਰਾਮ ਲਈ ਠਹਿਰਾਏ ਜਾਂਦੇ ਹਨ ਤੇ ਜੇਕਰ ਕੋਈ ਭੈ ਨਾ ਹੋਇਆ ਤੇ ਅਜ਼ਮਤ ਦੀ ਪਰਖ ਹੋ ਜਾਵੇਗੀ।
ਸੋ ਇਸ ਵਿਦ ਪਰਖ ਵੀ ਹੋ ਜਾਵੇਗੀ ਤੇ ਹਵੇਲੀ ਦਾ ਸੱਚ ਕੀ ਹੈ ਉਹ ਵੀ ਸਨਮੁਖ ਆਵੇਗਾ। ਜੇ ਕਿਛ ਅਜਮਤ ਲਖੀਐ ਸੋਏ। ਜੇਕਰ ਸੱਚਮੁੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਅੰਦਰ ਕੋਈ ਅਜਮਤ ਵੱਡੀ ਬਖਸ਼ਿਸ਼ ਕੋਈ ਤਾਕਤ ਹੈ ਤੇ ਇੱਥੇ ਹੀ ਨਿਰਣਾ ਹੋਵੇਗਾ ਜੀ। ਸਰਾ ਬੀਚ ਜੋ ਅਸ ਨਰ ਆਵੈ। ਸ਼ਰਾ ਬੀਚ ਅਗਰ ਕੋਈ ਐਸਾ ਮਨੁੱਖ ਕਰਾਮਾਤੀ ਮਨੁੱਖ, ਇੱਥੇ ਭਾਵ ਹੈ ਵੀ ਅਗਰ ਗੁਰੂ ਤੇਗ ਬਹਾਦਰ ਮਹਾਰਾਜ ਸਾਡੀ ਇਸ ਧਰਮ ਦੇ ਅੰਦਰ ਕੋਈ ਕਰਾਮਾਤੀ ਮਨੁੱਖ ਆਉਂਦੇ ਹਨ ਤੇ ਉਹ ਸਾਡੇ ਲਈ ਵੀ ਫਿਰ ਬਹੁਤ ਸਾਰਥਕ ਸਿੱਧ ਹੋਣਗੇ। ਜਿਵੇਂ ਗੁਰੂ ਤੇ ਕਹਿਣ ਤੋਂ ਭਾਵ ਹੈ ਬਾਦਸ਼ਾਹ ਔਰੰਗਜ਼ੇਬ ਦਾ ਵੀ ਜੇਕਰ ਹਵੇਲੀ ਵਿੱਚ ਟਿਕ ਜਾਂਦੇ ਹਨ ਤੇ ਉਹਨਾਂ ਨੂੰ ਕੋਈ ਭੈ ਨਹੀਂ ਹੁੰਦਾ ਤੇ ਫਿਰ ਪਰਤ ਕੇ ਆਪਾਂ ਉਹਨਾਂ ਨੂੰ ਆਪਣੇ ਦੀਨ ਧਰਮ ਵਿੱਚ ਲੈ ਆਵਾਂਗੇ। ਤੇ ਜੇਕਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਵਰਗੇ ਕਰਾਮਾਤੀ ਮਨੁੱਖ ਸਾਡੇ ਧਰਮ ਵਿੱਚ ਆ ਜਾਣ ਫਿਰ ਦੁਨੀਆ ਤੇ ਸਾਡਾ ਹੀ ਧਰਮ ਰਹੇਗਾ। ਸੋ ਇਸ ਵੇਲੇ ਸਭ ਆਪਸ ਵਿੱਚ ਮਿਲ ਕਰਕੇ ਆਪਣੀ ਸਭਾ ਦੇ ਵਿੱਚ ਹੀ ਵਿਚਾਰਾਂ ਕਰ ਰਹੇ ਹਨ। ਦੀਨ ਹਮਾਰੋ ਅਤ ਬਿਰਦਾਵੈ। ਸਾਡਾ ਜਿਹੜਾ ਧਰਮ ਹੈ ਇਸਲਾਮ ਧਰਮ ਹੈ ਅਤ ਬਿਰਦਾਵੈ, ਬਹੁਤ ਭਾਵ ਬਹੁਤ ਵੱਡੇ ਪੱਧਰ ਤੇ ਸੰਸਾਰ ਵਿੱਚ ਫੈਲ ਜਾਏਗਾ। ਅਸ ਮਸਲਤ ਕਰ ਸਭਾ ਮਜਾਰਾ। ਇਸ ਵੇਲੇ ਇਹ ਜਿਹੜੀ ਮਸਲਤ ਤੇ ਸਲਾਹ ਸਭਾ ਦੇ ਅੰਦਰ ਬੈਠ ਕਰਕੇ ਔਰੰਗਜ਼ੇਬ ਤੇ ਉਸਦੇ ਜਿਤਨੇ ਵੀ ਨਿੱਜੀ ਸਲਾਹਕਾਰ ਕਾਜੀ ਮੁਲਾਣੇ ਮੰਤਰੀ ਆਦਿਕ ਹਨ ਸਭ ਨੇ ਮਿਲ ਕਰਕੇ, ਕਿਉਂਕਿ ਇੱਥੇ ਨਿਸ਼ਚਿਤ ਗਿਣਤੀ ਨਹੀਂ ਪਰੰਤੂ ਹੈਗੇ ਬਹੁਤ ਨੇ, ਸੋ ਉਹਨਾਂ ਸਭ ਨੇ ਮਿਲ ਕਰਕੇ ਇਹ ਸਲਾਹ ਜੋ ਹੈ ਉਹ ਕੀਤੀ ਹੈ ਜੀ। ਇਕ ਨਰ ਸੋ ਤਵ ਹੁਕਮ ਉਚਾਰਾ। ਫਿਰ ਉਹਦੇ ਅੰਦਰੋਂ ਹੀ ਇੱਕ ਮਨੁੱਖ ਨੂੰ ਇਹ ਹੁਕਮ ਕੀਤਾ ਗਿਆ ਹੈ। ਤਿਸ ਉਮਰਾਵ ਸੰਗ ਕਹਿ ਜਾਏ। ਤਿਸ ਉਮਰਾਵ ਕਿਹਾ ਵੀ ਪਹਿਲੇ ਤੁਸੀਂ ਜਾਓ ਤੇ ਜਾ ਕਰਕੇ ਉਸ ਉਮਰਾਵ ਭਾਵ ਉਸ ਫੌਜਦਾਰ ਨੂੰ ਕਹਿ ਦੇਵੋ ਜਿਹੜਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਗ੍ਰਿਫਤਾਰ ਕਰਕੇ ਇੱਥੇ ਲਿਆ ਰਿਹਾ ਹੈ। ਜੋ ਗੁਰ ਹੈ ਹਿੰਦੁਨ ਸਮਝਾਏ। ਸੁਨੇਹਾ ਦੇ ਦੇਵੋ ਵੀ ਇਹ ਹਿੰਦੂਆਂ ਦੇ ਸਮੁਦਾਇ ਦੇ ਜਿਹੜੇ ਮੁਖੀ ਆਗੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਆ ਰਹੇ ਹਨ। ਪ੍ਰੇਤ ਭਿਆਨਕ ਜਿਸ ਮੈਂ ਰਹਿ। ਭਿਆਨਕ ਪ੍ਰੇਤ ਭਾਵੋ ਅਸਥਾਨੋਂ ਹਵੇਲੀ, ਜਿਸ ਸਥਾਨ ਤੇ ਕੋਈ ਡਰਦਾ ਭੈ ਦਾ ਅਧੀਨ ਕੋਈ ਜਾਂਦਾ ਨਹੀਂ ਹੈ ਉਸ ਸਥਾਨਪੁਰ ਜੀ। ਨਹਿਣ ਪਰਵੇਸੈ ਡਰ ਸਭ ਲਹੈ। ਹੁਣ ਤੱਕ ਕਿਸੇ ਨੇ ਵੀ ਉਸ ਪਾਸੇ ਵੱਲ ਪੈਰ ਨਹੀਂ ਪਾਇਆ, ਕੋਈ ਡਰਦਾ ਹੋਇਆ ਨਹੀਂ ਗਿਆ ਹੈ ਜੀ। ਤਿਸ ਮੈਂ ਨਿਸ ਬਿਸਰਾਮ ਕਰਾਵੋ। ਅੱਜ ਰਾਤਰੀ ਦਾ ਵਿਸ਼ਰਾਮ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਉਸੇ ਸਥਾਨ ਤੇ ਹੀ ਹੋਣਾ ਚਾਹੀਦਾ। ਇਹ ਹੁਕਮ ਦੇ ਦਿੱਤਾ ਹੁਜਤੀ ਬਾਦਸ਼ਾਹ ਔਰੰਗਜ਼ੇਬ ਨੇ। ਇਹ ਤੋਂ ਸਿੱਧ ਹੁੰਦਾ ਕਿ ਕਿੰਨਾ ਕੁ ਮੂਰਖ ਬਾਦਸ਼ਾਹ ਹੋਵੇਗਾ। ਦੀਨ ਦੁਨੀ ਦੇ ਮਾਲਕ, ਹਾਲਾਂਕਿ ਜੇ ਉੱਦਾਂ ਬਾਤ ਕਰੀਏ ਤੇ ਬੜੀ ਚੰਗੀ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਅਜ਼ਮਤ ਤੋਂ ਇਸ ਨੂੰ ਪਛਾਣ ਹੈ। ਇਹਨੂੰ ਸਭ ਪਤਾ ਹੈ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਕਿੰਨੀ ਵੱਡੀ ਬਖਸ਼ਿਸ਼ ਵਰਤਦੀ ਹੈ। ਫਿਰ ਵੀ ਆਪਣੇ ਸੰਗੀਆਂ ਦੇ ਨਾਲ ਮਿਲ ਕਰਕੇ ਜਿਹੜੇ ਇਸ ਦੇ ਕਾਜੀ ਮੁਲਾਣੇ ਹਨ ਉਹਨਾਂ ਦੀ ਹੁਜਤ ਵਿੱਚ ਮਾੜੀ ਮੱਤ ਵਿੱਚ ਆ ਕਰਕੇ ਤੇ ਇਹਨੇ ਇਹ ਸਭ ਕੁਝ ਇੱਥੋਂ ਕਰਨਾ ਸ਼ੁਰੂ ਕਰ ਦਿੱਤਾ। ਸੁਨੇਹਾ ਭੇਜ ਦਿੱਤਾ ਕਿ ਅੱਜ ਰਾਤਰੀ ਦਾ ਜਿਹੜਾ ਵਿਸ਼ਰਾਮ ਹੈ ਉਹ ਉਸ ਹਵੇਲੀ ਵਿੱਚ ਹੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਹੋਣਾ ਚਾਹੀਦਾ ਹੈ ਜੀ। ਏਕਲ ਕੋ ਅੰਤਰ ਪ੍ਰਵਾਸੋ। ਏਕਲ ਕੋ ਤੇ ਇਹ ਵੀ ਕਿ ਗੁਰੂ ਤੇਗ ਬਹਾਦਰ ਮਹਾਰਾਜ ਜਿਸ ਸਥਾਨ ਤੇ ਹੁਣ ਇਕੱਲੇ ਹੀ ਰੱਖੇ ਜਾਣ, ਭਾਵ ਜਿਵੇਂ ਨਾਲ ਹੋਰ ਮਹਾਰਾਜ ਜੀ ਕੇ 5 ਸਿੱਖ ਨੇ ਉਹਨਾਂ ਨੂੰ ਉਸ ਹਵੇਲੀ ਵਿੱਚ ਹੀ ਰੱਖਣਾ ਹੈ, ਪਰੰਤੂ ਉਹ ਦੂਜੇ ਸਥਾਨ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਇਕੱਲੇ ਕਿਸੇ ਦੂਜੇ ਸਥਾਨ ਤੇ। ਸੋ ਇਸ ਵੇਲੇ ਇਹ ਹੁਕਮ ਜਿਹੜੇ ਹਨ ਇਹ ਪਹਿਲ ਦੇ ਆਧਾਰ ਤੇ ਉਸ ਵਕਤ ਬਾਦਸ਼ਾਹ ਔਰੰਗਜ਼ੇਬ ਨੇ ਦਿੱਤੇ ਜਿਸ ਵਕਤ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਗ੍ਰਿਫਤਾਰ ਕਰ ਪਹਿਲੀ ਵਾਰ ਦਿੱਲੀ ਲੈ ਜਾਇਆ ਜਾਂਦਾ ਹੈ। ਸੰਗੀ ਤਿਸਕੇ ਵਹਿਰ ਉਤਾਰੋ। ਜਿਤਨੇ ਵੀ ਸੰਗੀ ਹਨ ਮਹਾਰਾਜ ਜੀ ਕੇ ਜਿਹੜੇ 5 ਸਿੱਖ ਹਨ ਉਹਨਾਂ ਨੂੰ ਵਹਿਰ ਇਸ ਸਥਾਨ ਤੋਂ ਅਲੱਗਾ ਕਿਸੇ ਹੋਰ ਸਥਾਨ ਤੇ ਕਿਸੇ ਵੱਖਰੇ ਸਥਾਨ ਤੇ ਰੱਖਣਾ ਕਰੋ। ਚੋ ਦਿਸ ਮੈਂ ਨਰ ਗਨ ਥਿਰ ਧਾਰੋ। ਤੇ ਉਸ ਹਵੇਲੀ ਦੇ ਚੌਗਿਰਦੇ ਫੌਜ ਜਿਹੜੀ ਹੈ ਉਹਨੂੰ ਉਸੇ ਤਰ੍ਹਾਂ ਪਹਿਰੇਬੰਦੀ ਵਿੱਚ ਲਾ ਦਿੱਤਾ ਜਾਵੇ। ਤਕੜਾਈ ਕਰਕੇ ਫੌਜ ਨੂੰ ਲਗਾਇਆ ਜਾਵੇ ਜੀ। ਜਾਗਤ ਰਹੋ ਕਰੋ ਤਕਰਾਈ। ਜਾਗ ਕਰਕੇ ਕਹਿ ਦਿਓ ਪਹਿਰਾ ਕਰਨਾ ਹੈ, ਕਿਸੇ ਕਿਸਮ ਦੀ ਕੋਈ ਉਕਾਈ ਨਹੀਂ ਹੋਣੀ ਚਾਹੀਦੀ। ਤਕੜਾਈ ਕਰਕੇ ਇਹ ਜਿਹੜਾ ਪਹਿਰਾ ਹੈ ਇਹ ਲਾ ਦਿੱਤਾ ਜਾਏ। ਹੋਏ ਨਾ ਅਸ ਜੇ ਨਿਕਸ ਸਿਧਾਈ। ਹੋਏ ਨਾ ਅਸ ਕਿਤੇ ਕੋਈ ਐਸਾ ਨਾ ਹੋਵੇ ਕਿ ਇਹ ਪਹਿਰੇਦਾਰ ਪਹਿਰਾ ਨਾ ਕਰਨ ਤੇ ਕੁਝ ਹੋਰ ਵਰਤ ਜਾਏ, ਭਾਵ ਗੁਰੂ ਤੇਗ ਬਹਾਦਰ ਮਹਾਰਾਜ ਜਾਂ ਸਿੱਖ ਹੋਰ ਕਿਸੇ ਪਾਸੇ ਚਲੇ ਜਾਣ। ਪੂਰੀ ਤਕੜਾਈ ਹੋਣੀ ਚਾਹੀਦੀ ਹੈ। ਫੌਜਦਾਰਾਂ ਨੂੰ ਕਹਿ ਦਿਓ ਜੀ। ਸੁਨਤ ਗਇਓ ਤਿਨ ਜਾਏ ਸੁਨਾਇਓ। ਫਿਰ ਜਿਸ
ਮਨੁੱਖ ਨੂੰ ਬਾਦਸ਼ਾਹ ਔਰੰਗਜ਼ੇਬ ਨੇ ਹੁਕਮ ਦਿੱਤਾ ਹੈ, ਉਹ ਬਾਦਸ਼ਾਹ ਤੋਂ ਸੁਣ ਕਰਕੇ ਤੇ ਪਹੁੰਚਦਾ ਹੈ ਉਸ ਫੌਜਦਾਰ ਦੇ ਪਾਸ। ਹਜਰਤ ਏਵ ਹੁਕਮ ਫਰਮਾਇਓ, ਜਾ ਕਰਕੇ ਕਹਿ ਦਿੱਤਾ ਫੌਜਦਾਰ ਨੂੰ ਵੀ ਹਜ਼ਰਤ ਬਾਦਸ਼ਾਹ ਔਰੰਗਜ਼ੇਬ ਨੇ ਆਪਣੇ ਮੁਖ ਤੋਂ ਇਹ ਹੁਕਮ ਸੁਣਾਏ ਹਨ ਜੀ। ਸੋ ਉਮਰਾਵ ਗੁਰੂ ਸੰਗ ਲੀਨੇ। ਫਿਰ ਹੁਕਮ ਨੂੰ ਪਾ ਕਰਕੇ ਫੌਜਦਾਰ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਆਪਣੇ ਨਾਲ ਲਿਆ ਤੇ ਉਸ ਪਾਸੇ, ਉਸ ਹਵੇਲੀ ਵਾਲੇ ਪਾਸੇ ਨੂੰ ਚੱਲ ਪਏ ਸਨ। ਗਇਓ ਸਦੰਤਿਸ ਬੂਜਨ ਕੀਨੇ। ਸਾਰਾ ਕੁਝ ਪਤਾ ਕਰਕੇ ਜਿਵੇਂ ਜਿਵੇਂ ਬਾਦਸ਼ਾਹ ਦਾ ਹੁਕਮ ਆਇਆ ਹੈ ਉਸ ਨੂੰ ਪੂਰਨ ਤੌਰ ਤੇ ਅਪਣਾਉਂਦਿਆਂ ਹੋਇਆਂ ਇਹ ਫੌਜਦਾਰ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਉਸ ਸਥਾਨਪੁਰ ਲੈ ਜਾਂਦੇ ਹਨ। ਲੋਕ ਸੈਂਕੜੇ ਦੇਖਣ ਆਏ। ਭਾਈ ਸੰਤੋਖ ਸਿੰਘ ਸਾਹਿਬ ਜੀ ਲਿਖਦੇ ਹਨ ਵੀ ਜਿਸ ਵਕਤ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਇਸ ਵਿਧ ਹਕੂਮਤ ਗ੍ਰਿਫਤਾਰ ਕਰਕੇ ਤੇ ਉਸ ਅਤ ਭਿਆਨਕ ਡਰਾਉਣੇ ਸਥਾਨ ਤੇ ਬੰਦੀ ਬਣਾ ਕਰਕੇ ਰੱਖਣ ਲਈ ਲੈ ਜਾ ਰਹੇ ਸਨ, ਦਿੱਲੀ ਦੇ ਕੋਈ ਸੈਂਕੜੇ ਲੋਕ ਸਨ ਜਿਹੜੇ ਰਾਵਾਂ ਦੇ ਉੱਪਰ ਮਹਾਰਾਜ ਜੀ ਨੂੰ ਵੇਖਣ ਲਈ ਪਹੁੰਚੇ ਸਨ, ਦੇਖ ਰਹੇ ਸਨ। ਕਿਉਂਕਿ ਇੱਕ ਅਸੀਂ ਕਹਿ ਸਕਦੇ ਹਾਂ ਵੀ ਜਿਹੜੀ ਪ੍ਰਜਾ, ਜਦੋਂ ਹੁਕਮਰਾਨ ਜ਼ਾਲਮ ਹੋਣ ਤੇ ਪ੍ਰਜਾ ਬਹੁਤ ਵਿਆਕੁਲ ਹੋ ਜਾਂਦੀ ਹੈ, ਦੁਖੀ ਹੋ ਜਾਂਦੀ ਹੈ। ਕਰ ਤੇ ਕੁਝ ਨਹੀਂ ਸਕਦੇ ਸਨ ਪਰੰਤੂ ਕੇਵਲ ਵੇਖ ਸਕਦੇ ਸਨ। ਤੇ ਬਾਦਸ਼ਾਹ ਵੀ ਐਸਾ ਹੁਜਤੀ ਹੈ, ਉਹ ਵੀ ਵਿਖਾਉਣਾ ਚਾਹੁੰਦਾ ਸੀ ਵੀ ਮੇਰੇ ਤਖਤ ਵਿੱਚ ਮੇਰੀ ਕਿਰਪਾਨ, ਮੇਰੇ ਹੁਕਮ ਵਿੱਚ ਕਿੰਨਾ ਕੁ ਜ਼ੋਰ ਹੈ, ਵਿਖਾਉਣਾ ਚਾਹੁੰਦਾ ਸੀ ਆਮ ਲੋਕਾਈ ਨੂੰ। ਲੇਕਿਨ ਜਿਸ ਪੁਰਖ ਦੇ ਨਾਲ ਉਹ ਇਹ ਹੁਜਤ ਕਰ ਰਿਹਾ ਉਹਨੂੰ ਇਹ ਨਹੀਂ ਪਤਾ ਵੀ ਇਸ ਨੇ ਮੇਰੇ ਸਾਰੇ ਰਾਜ ਨੂੰ ਖਤਮ ਕਰਕੇ ਰੱਖ ਦੇਣਾ ਹੈ। ਸੋ ਇਸ ਵਿਧ ਲੋਕ ਸੈਂਕੜੇ ਦੇਖਣ ਆਏ। ਮਹਾਰਾਜ ਜੀਆਂ ਨੂੰ ਗ੍ਰਿਫਤਾਰ ਕਰਕੇ ਜਿਹੜੇ ਫੌਜਦਾਰ ਹਨ ਉਸ ਹਵੇਲੀ ਵੱਲ ਲੈ ਜਾ ਰਹੇ ਹਨ ਤੇ ਭੈਗ੍ਰਸਤ ਆਮ ਲੋਕਾਈ ਵੀ ਹੈ, ਕਿਉਂਕਿ ਸੁਣੀਦਾ ਹੈ ਪੂਰੇ ਇਲਾਕੇ ਵਿੱਚ ਇਹ ਬਾਤ ਹੈ ਵੀ ਇਹ ਹਵੇਲੀ ਕੋਈ ਭਿਆਨਕ ਸਥਾਨ ਹੈ, ਇੱਥੇ ਅੱਜ ਤੱਕ ਕੋਈ ਮਨੁੱਖ ਠਹਿਰਿਆ ਹੀ ਨਹੀਂ। ਸੋ ਸਾਰੇ ਦੇ ਸਾਰੇ ਦਿੱਲੀ ਵਾਸੀ ਲੋਕ ਮਹਾਰਾਜ ਜੀ ਕੋ ਵੇਖ ਰਹੇ ਹਨ, ਲੇਕਿਨ ਅਜੇ ਤੱਕ ਕੋਈ ਕੁਝ ਨਹੀਂ ਕਹਿ ਰਿਹਾ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਬੜੇ ਸਹਿਜ ਸੁਭਾਅ ਉਸ ਪਾਸੇ ਵੱਲ ਨੂੰ ਜਾ ਰਹੇ ਹਨ। ਤਰਜ ਕਰ ਸਰਬ ਹਟਾਏ। ਤੇ ਜਿਹੜੇ ਬਾਦਸ਼ਾਹ ਦੇ ਸ਼ਾਹੀ ਸਿਪਾਹੀ ਹਨ ਉਹ ਬੜੇ ਡਾਂਟ ਕੇ ਉਸ ਰਸਤੇ ਤੋਂ ਲੋਕਾਂ ਨੂੰ ਪਿੱਛੇ ਹਟਾ ਰਹੇ ਸਨ, ਜਿਵੇਂ ਇੱਕ ਰਸਤਾ ਖਾਲੀ ਕਰਵਾਉਂਦੇ ਹਨ, ਕਿਉਂਕਿ ਭਾਰੀ ਗਿਣਤੀ ਦੇ ਵਿੱਚ ਲੋਕਾਈ ਉਮੜ ਕਰਕੇ ਪੈ ਗਈ। ਇੱਕ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਨਾਲ ਦਿੱਲੀ ਵਾਸੀਆਂ ਦਾ ਪ੍ਰੇਮ ਹੈ, ਕਿਉਂਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀਆਂ ਨੇ ਬੜੀ ਬਖਸ਼ਿਸ਼ ਵਰਤਾਈ ਸੀ ਉਹਨਾਂ ਪਵਿੱਤਰ ਸਥਾਨਾਂ ਤੇ ਉਹੀ ਜੋਤ ਹੁਣ ਨੌਵੇਂ ਘਰ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ। ਤੇ ਨਾਲ ਹੀ ਗੁਰੂ ਤੇਗ ਬਹਾਦਰ ਮਹਾਰਾਜ ਜਿਸ ਵਕਤ ਪੂਰਬ ਦੇਸ਼ ਨੂੰ ਗਏ ਨੇ, ਦਿੱਲੀ ਦੀਆਂ ਬਹੁਤ ਸੰਗਤਾਂ ਨੇ ਦੀਦਾਰ ਪਾਇਆ ਹੈ। ਸੋ ਇਸ ਵਿੱਚ ਬਹੁਤ ਭਾਰੀ ਗਿਣਤੀ ਦੇ ਅੰਦਰ ਉਸ ਦਿਨ ਦਿੱਲੀ ਵਾਸੀ ਜਿਤਨੀ ਵੀ ਸੰਗਤ ਹੈ ਉਹ ਸੜਕਾਂ ਤੇ ਰਸਤਿਆਂ ਤੇ ਨਿਕਲ ਕਰਕੇ ਇਕੱਠੀ ਹੋਈ ਹੈ। ਸ਼ਾਹੀ ਫੌਜੀ ਡਾਂਟ ਕੇ ਉਹਨਾਂ ਨੂੰ ਪਿੱਛੇ ਹਟਾ ਰਹੇ ਹਨ ਤੇ ਰਸਤਾ ਖਾਲੀ ਕਰ ਰਹੇ ਹਨ। ਜਿਹੜਾ ਵਿੱਚੋਂ ਰਸਤਾ ਨਿਕਲ ਰਿਹਾ ਹੈ ਫੌਜੀਆਂ ਦੇ ਜ਼ੋਰ ਪਾਉਣ ਤੇ, ਉਸ ਰਸਤੇ ਤੋਂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਗ੍ਰਿਫਤਾਰ ਕਰ ਉਸ ਹਵੇਲੀ ਦੇ ਅੰਦਰ ਲੈ ਜਾਇਆ ਜਾ ਰਿਹਾ ਹੈ। ਇਸ ਵਿਧ ਨਾ ਗੁਰਮੁਖੋ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ ਗ੍ਰਿਫਤਾਰੀ ਤੇ ਉਹ ਕਹਿ ਲਈਏ ਵੀ ਜਿਹੜੀ ਪਹਿਲੀ ਸਜ਼ਾ ਮਹਾਰਾਜ ਜੀਆਂ ਨੂੰ ਹਕੂਮਤ ਵੱਲੋਂ ਲਾਈ ਜਾਂਦੀ ਹੈ ਉਹ ਇਹੀ ਹੈ ਕਿ ਇਸ ਹਵੇਲੀ ਵਿੱਚ ਰੱਖਿਆ ਜਾਵੇ। ਇਹਦੇ ਕਾਰਨ ਦੋ ਨੇ ਕਿ ਇੱਕ ਤੇ ਜਿਹੜਾ ਹਕੂਮਤ ਨਾਲ ਮੱਥਾ ਲਾਇਆ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਪਤਾ ਲੱਗੇ ਵੀ ਇਸ ਸਰਕਾਰ ਨਾਲ ਲੜਨਾ ਕਠਿਨ ਹੈ, ਇਸ ਬਾਦਸ਼ਾਹ ਨਾਲ ਲੜਨਾ ਕਠਿਨ ਹੈ। ਦੂਜਾ ਇਹ ਅਜ਼ਮਤ ਵੇਖਣਾ ਚਾਹੁੰਦੇ ਨੇ ਵੀ ਕਿੰਨੀ ਕੁ ਤਾਕਤ ਹੈ ਇਸ ਪੁਰਖ ਦੇ ਅੰਦਰ, ਕਿੰਨੀ ਕੁ ਅਜ਼ਮਤ ਦੇ ਮਾਲਕ ਹਨ, ਕਿੱਥੋਂ ਤੱਕ ਇਹ ਸਭ ਕੁਝ ਜਰ ਸਕਦੇ ਹਨ ਜਾਂ ਕੀ ਕਲਾ ਵਰਤਾਉਂਦੇ ਹਨ, ਇਹ ਵੀ ਉਹ ਆਪਣੇ ਨੇਤਰਾਂ ਨਾਲ ਆਪ ਸਭ ਮਾਲੂਮ ਕਰਨਾ ਚਾਹੁੰਦੇ ਹਨ। ਸੋ ਜਿਵੇਂ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਸਥਾਨਪੁਰ ਠਹਿਰੇ, ਸਾਡਾ ਇਤਿਹਾਸ ਕਹਿੰਦਾ ਇਸ ਤੋਂ ਅੱਗੇ ਵੀ ਬਹੁਤ ਸਾਰੇ ਐਸੇ ਕੌਤਕ ਹੋਏ, ਕਿਉਂਕਿ ਉਹਨਾਂ ਹੁਜਤੀ ਲੋਕਾਂ ਨੇ ਜਿਵੇਂ ਕਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਅੰਦਰ ਨੂੰ ਪਰਖਣਾ ਚਾਹਿਆ ਸੀ, ਮਹਾਰਾਜ ਜੀ ਕੀ ਤਾਕਤ ਨੂੰ ਵੇਖਣਾ ਚਾਹਿਆ ਸੀ, ਬਹੁਤ ਯਤਨ ਕੀਤੇ। ਕੁਝ ਕਰਾਮਾਤੀ ਬਾਤਾਂ ਵੀ ਨੇ ਜਾਂ ਇਉਂ ਕਹਿ ਲਈਏ ਵੀ ਕੁਝ ਦੰਡ ਵਾਲੀਆਂ ਬਾਤਾਂ ਵੀ ਨੇ। ਸੋ ਜਿਵੇਂ ਉਹ ਇਤਿਹਾਸ ਦੀ ਕੜੀ ਅੱਗੇ ਚੱਲਦੀ ਹੈ, ਭਾਈ ਸੰਤੋਖ ਸਿੰਘ ਜੀ ਆਪਣੀ ਇਸ ਮਹਾਨ ਰਚਨਾ ਵਿੱਚ ਸਾਰਾ ਬਿਰਤਾਂਤ ਜੋ ਹੈ ਦਰਜ ਕਰਦੇ ਹਨ। ਦੋਹਰਾ ਦਿੱਲੀ ਮੈਂ ਪਰਵਿਸੇ ਗੁਰੂ ਗਏ ਹਵੇਲੀ ਮਾਹੇ, ਉਤਰੇ ਭਇਓ ਬਿਰਤੰਤ ਜਿਮ ਕਹੋ ਕਥਾ ਪੁਨ ਤਾਹੇ। ਅੱਗੇ ਭਾਈ ਸੰਤੋਖ ਸਿੰਘ ਸਾਹਿਬ ਜੀ ਲਿਖ ਰਹੇ ਹਨ ਕਿ ਜਿਸ ਵਿੱਚ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਿੱਲੀ ਪਹੁੰਚੇ ਸਨ ਤੇ ਪ੍ਰਥਮ ਮਹਾਰਾਜ ਜੀ ਉਸ ਹਵੇਲੀ ਵਿੱਚ ਰੁਕੇ ਸਨ। ਤੇ ਸਾਡਾ ਇਤਿਹਾਸ ਕਹਿੰਦਾ ਇੱਕ ਦਿਨ ਨਹੀਂ ਕੁਝ ਦਿਨ ਮਹਾਰਾਜ ਜੀਆਂ ਨੇ ਉੱਥੇ ਗੁਜ਼ਾਰੇ ਸਨ, ਕਿਉਂਕਿ ਸਤਿਗੁਰੂ ਜੀ ਨੂੰ ਤੇ ਇਹਨਾਂ ਬਾਤਾਂ ਦਾ ਕੋਈ ਭੈ ਹੈ ਨਹੀਂ ਸੀ। ਠੀਕ ਹੈ, ਲੁਕਾਈ ਮੰਨਦੀ ਸੀ ਵੀ ਇੱਥੇ ਪ੍ਰੇਤ ਨੇ,
ਪਰੰਤੂ ਜਿਹਦਾ ਅੰਦਰ ਪੂਰਨ ਤੌਰ ਤੇ ਨਾਮ ਬਾਣੀ ਵਿੱਚ ਟਿਕਿਆ ਹੋਇਆ, ਉਹਨਾਂ ਨੂੰ ਇਹਨਾਂ ਬਾਤਾਂ ਦੀ ਕੋਈ ਪਰਵਾਹ ਨਹੀਂ, ਕਿਉਂਕਿ ਉੱਥੇ ਇਹ ਚੀਜ਼ਾਂ ਦੇ ਕੋਈ ਵਸ ਸਾਧਕ ਨਹੀਂ ਚੱਲਦੇ। ਸੋ ਸਤਿਗੁਰੂ ਉਸ ਹਵੇਲੀ ਦੇ ਅੰਦਰ ਟਿਕ ਗਏ। ਆਪਣੇ ਨੇਮ ਅਨੁਸਾਰ ਉੱਥੇ ਕੁਝ ਸਮਾਂ ਮਹਾਰਾਜ ਜੀ ਗੁਜ਼ਾਰਦੇ ਹਨ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਉਤਰੇ ਭਇਓ ਬਿਰਤੰਤ ਜਿਮ ਕਹਿਓ ਕਹਾਂ ਪੁਨ ਕਾਹੇ। ਕਹਿਣ ਲੱਗੇ ਜਿਸ ਵਿੱਚ ਸਤਿਗੁਰੂ ਉਸ ਸਥਾਨ ਤੇ ਟਿਕੇ ਤੇ ਜਿਵੇਂ ਮਹਾਰਾਜ ਉੱਥੇ ਰੁਕੇ, ਇਹ ਅਗਲਾ ਜਿਹੜਾ ਸਾਰਾ ਬਿਰਤਾਂਤ ਹੈ ਨਾ, ਇਹ ਹੁਣ ਅੱਗੇ ਥੋੜਾ ਜਿਹਾ ਇਤਿਹਾਸ ਜਿਹੜਾ ਹੈ ਨਾ, ਇੱਥੋਂ ਮੋੜ ਦੇ ਕਰਕੇ ਤੇ ਅੱਗੇ ਆਪ ਸੰਗਤਾਂ ਨੂੰ ਸਰਵਣ ਕਰਵਾਵਾਂਗੇ, ਕਿਉਂਕਿ ਇੱਥੋਂ ਤੱਕ ਭਾਈ ਸਾਹਿਬ ਜੀ ਨੇ ਸਾਖੀ ਲਿਖੀ ਹੈ। ਹੁਣ ਇਸ ਤੋਂ ਅੱਗੇ ਥੋੜੇ ਜਿਹੇ ਜਿਹੜੇ ਕੌਤਕ ਹਨ ਨਾ, ਉਹ ਬਾਲ ਗੁਰੂ ਗੋਬਿੰਦ ਰਾਏ ਸਾਹਿਬ ਜੀ ਹੋਰਾਂ ਦੇ ਜੀਵਨ ਵਿੱਚੋਂ ਦਿੱਤੇ ਨੇ, ਕਿਉਂਕਿ ਜਿਵੇਂ ਇਤਿਹਾਸ ਦਾ ਉਹਨਾਂ ਨੂੰ ਇਹ ਖਰੜਾ ਮਿਲਿਆ ਜਾਂ ਜਿਸ ਵੇਦ ਉਹਨਾਂ ਨੇ ਆਪਣੀ ਰਚਨਾ ਰਚੀ, ਉਹਦੇ ਵਿੱਚ ਉਹਨਾਂ ਨੇ ਆਪਣੇ ਅਨੁਸਾਰ ਇਹ ਸਭ ਕੁਝ ਲਿਖਿਆ। ਕਹਿਣ ਲੱਗੇ ਕਹੂੰ ਕਥਾ ਪੁੰਨ ਤਾਹੇ, ਕਿ ਸਰੋਤਾ ਜਨੋ ਜਿਹੜੀ ਅਗਲੀ ਕਥਾ ਹੈ ਨਾ, ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਕਿੱਦਾਂ ਤਸੀਹੇ ਹੀ ਦਿੱਤੇ ਗਏ, ਇੱਦਾਂ ਦੇ ਜਿਵੇਂ ਮਹਾਰਾਜ ਜੀ ਕੀ ਕਰਾਮਾਤ ਵੇਖਣੀ, ਮਹਾਰਾਜ ਜੀ ਕੇ ਉੱਪਰ ਵਾਰ-ਵਾਰ ਇਹ ਸਵਾਲ ਕਰਨੇ, ਇਸਲਾਮ ਨੂੰ ਕਬੂਲ ਕਰੋ, ਕਰਾਮਾਤ ਵਿਖਾਓ, ਨਹੀਂ ਤਾਂ ਸਿਰ ਕਲਮ ਕੀਤਾ ਜਾਏਗਾ, ਜਾਂ ਮਹਾਰਾਜ ਜੀ ਕੇ ਸਨਮੁਖ ਗੁਰੂ ਕੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ। ਉਹ ਸਾਰਾ ਜਿਤਨਾ ਵਰਤਾਂਤ ਹੈ ਨਾ, ਭਾਈ ਸੰਤੋਖ ਸਿੰਘ ਜੀ ਕਹਿਣ ਲੱਗੇ ਅੱਗੇ ਥੋੜੇ ਜਿਹੇ ਹਵਾਲੇ ਨੇ, ਇਹ ਦੂਸਰੇ ਜਿਹੜੇ ਗੁਰੂ ਗੋਬਿੰਦ ਰਾਏ ਜੀ ਕੇ ਜੀਵਨ 'ਚੋਂ, ਉਹਨਾਂ ਤੋਂ ਉਪਰੰਤ ਫਿਰ ਆਪ ਸੰਗਤ ਦੇ ਨਾਲ ਸਾਂਝੇ ਕਰਨਗੇ। ਸੋ ਇੱਥੋਂ ਤੱਕ ਜਿਹੜੀ ਸਾਖੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ। ਹੁਣ ਜਿਹੜਾ ਥੋੜਾ ਜਿਹਾ ਬਿਰਤਾਂਤ ਹੈ, ਉਹ 10ਵੇਂ ਅਵਤਾਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕੇ ਜੀਵਨ ਦਾ ਇੱਥੋਂ ਪ੍ਰਾਰੰਭ ਹੁੰਦਾ ਹੈ। ਚੌਪਈ ਸਰਬ ਪ੍ਰਸੰਗ ਸੁਣਾਵੋ ਫੇਰ। ਭਾਈ ਸੰਤੋਖ ਸਿੰਘ ਸਾਹਿਬ ਲਿਖਦੇ ਹਨ ਵੀ ਬਾਕੀ ਦਾ ਪ੍ਰਸੰਗ ਵੀ ਆਪ ਸੰਗਤਾਂ ਨੂੰ ਵਿਸਤਾਰ ਸਹਿਤ ਸਰਵਣ ਕਰਵਾਵਾਂਗੇ, ਲੇਕਿਨ ਉਸ ਤੋਂ ਪਹਿਲਾਂ ਕੋਈ ਜ਼ਰੂਰੀ ਇਤਿਹਾਸ ਦੀਆਂ ਘਟਨਾਵਾਂ ਹਨ ਜਿਹੜੀਆਂ ਇੱਥੇ ਦਰਜ ਕਰਨੀਆਂ ਹਨ। ਇਸ ਲਈ ਸਰਬ ਪ੍ਰਸੰਗ ਸੁਣਾਵੂੰ ਫੇਰ, ਇਸ ਤੋਂ ਅਗਲੀ ਵਿਥਿਆ ਅੱਗੇ ਸੁਣਾਵਾਂਗੇ ਜੀ। ਜਿਮ ਤੁਰਕੇਸ਼ਰ ਅਰ ਗੁਰ ਕੇਰ, ਜਿਵੇਂ ਜਿਵੇਂ ਦਿੱਲੀ ਦੇ ਸਥਾਨ ਤੇ ਬਾਦਸ਼ਾਹ ਔਰੰਗਜ਼ੇਬ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਵਰਤੇ ਹਨ, ਭਾਵ ਜਿਵੇਂ ਗੁਰੂ ਕੀ ਬਖਸ਼ਿਸ਼ ਹੋਈ ਤੇ ਜਿਵੇਂ ਬਾਦਸ਼ਾਹ ਨੇ ਆਪਣਾ ਜ਼ੁਲਮ ਕੀਤਾ, ਉਹ ਸਾਰਾ ਵਰਤਾਂਤ ਅੱਗੇ ਆਵੇਗਾ ਜੀਓ। ਅਬ ਪਟਨੇ ਕੀ ਕਥਾ ਬਖਾਨੋ, ਹੁਣ ਪਟਨੇ ਦੀ ਕੁਝ ਕਥਾ ਹੈ। ਧੰਨ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਕੇ ਜੀਵਨ ਦੀਆਂ ਕੁਝ ਘਟਨਾਵਾਂ ਹਨ ਜਿਹੜੀਆਂ ਭਾਈ ਸਾਹਿਬ ਜੀ ਕਹਿਣ ਲੱਗੇ ਆਪ ਸੰਗਤ ਨੂੰ ਸਰਵਣ ਕਰਵਾਉਣੀਆਂ ਅਤ ਲਾਜ਼ਮੀ ਹਨ। ਸੋ ਉਹ ਵੀ ਅੱਗੇ ਜ਼ਿਕਰ ਕਰ ਰਹੇ ਹਨ। ਅਵਸਰ ਇਹਾਂ ਕਹਿਣ ਕੋ ਜਾਨੋ, ਕਿਉਂਕਿ ਉਹ ਲਿਖਤ ਵਿੱਚ ਕਹਿੰਦੇ ਨੇ ਵੀ ਮੈਂ ਇੱਥੇ ਸਮਝਦਾ ਹਾਂ ਵੀ ਇਹ ਵੀ ਨਾਲ ਹੀ ਸੰਗਤ ਦੇ ਜ਼ਿਹਨ ਵਿੱਚ ਸਾਰੀ ਵਾਰਤਾ ਹੋਣੀ ਚਾਹੀਦੀ ਹੈ, ਕਿਉਂਕਿ ਜੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਜੀਵਨ ਦਾ ਮੁਕੰਮਲ ਇਤਿਹਾਸ ਅਸੀਂ ਜਾਣਨਾ ਹੈ ਨਾ, ਤੇ ਸਾਰੇ ਪੱਖ ਬਰਾਬਰ ਸਾਨੂੰ ਵਾਚਣੇ ਚਾਹੀਦੇ ਨੇ। ਸੋ ਭਾਈ ਸਾਹਿਬ ਜੀ ਦੇ ਕਹਿਣ ਅਨੁਸਾਰ ਵੀ ਇੱਥੇ ਅਵਸਰ ਅਸੀਂ ਇਹ ਸਮਝਦੇ ਹਾਂ ਵੀ ਇੱਥੇ ਨਾਲ ਇਹ ਇਤਿਹਾਸ ਵੀ ਦੱਸ ਦੇਣਾ ਚਾਹੀਦਾ ਵੀ ਉਧਰ ਗੁਰੂ ਤੇਗ ਬਹਾਦਰ ਦਿੱਲੀ ਵਿੱਚ ਬਾਦਸ਼ਾਹ ਹੁਕਮਰਾਨ ਦੇ ਨਾਲ ਜੰਗ ਲੜ ਰਹੇ ਨੇ, ਕਿਉਂਕਿ ਭਾਵੇਂ ਸਹਿਜ ਸੁਭਾਵਕ ਹੈ ਇੱਕ ਜੰਗ, ਉਧਰ ਜੰਗ ਲੜ ਰਹੇ ਹਨ ਤੇ ਇਧਰ ਬਾਕੀ ਜਿਹੜਾ ਆਨੰਦਪੁਰ ਤੇ ਪਟਨਾ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪੰਜਾਬ ਆ ਕਰਕੇ ਤੇ ਇੱਥੋਂ ਦਾ ਸਾਰਾ ਕਾਰਜ ਸੰਭਾਲਦੇ ਹਨ, ਉਹ ਵੀ ਦੱਸਣਾ ਜ਼ਰੂਰੀ ਹੈ। ਇਸ ਲਈ ਥੋੜਾ ਜਿਹਾ ਇਤਿਹਾਸ ਨੂੰ ਇਸ ਪਾਸੇ ਵੱਲ ਆਪਣੀ ਕਲਮ ਨੂੰ ਮੋੜਦੇ ਹਨ। ਜਬ ਤੇ ਸਤਿਗੁਰ ਸੁਤ ਤਜ ਆਏ, ਜਬ ਤੇ ਭਾਵ ਹੁਣ ਕਥਾ ਦਾ ਜਿਹੜਾ ਪ੍ਰਸੰਗ ਹੈ ਨਾ, ਫਿਰ ਇੱਕ ਵਾਰ ਪਿੱਛੇ ਨੂੰ ਜਾ ਰਿਹਾ, ਕਿਉਂਕਿ ਇਧਰ ਭਾਵੇਂ ਸਮਾਂ ਸ਼ਹਾਦਤ ਵਾਲਾ ਨਜ਼ਦੀਕ ਆ ਚੁੱਕਾ ਹੈ, ਲੇਕਿਨ ਇਹ ਉਸ ਤੋਂ ਬਾਅਦ ਫਿਰ ਪ੍ਰਾਰੰਭ ਹੋ ਰਹੀ ਹੈ ਜਿਸ ਵਕਤ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪੂਰਬ ਦੇਸ਼ ਦਾ ਪ੍ਰਚਾਰ ਦੌਰਾ ਕਰਕੇ ਪਟਨਾ ਸਾਹਿਬ ਰੁਕੇ ਸਨ ਤੇ ਪਰਿਵਾਰ ਨੂੰ ਉਸ ਥਾਂ ਤੇ ਰੋਕ ਕਰਕੇ ਤੇ ਆਪ ਮਹਾਰਾਜ ਪੰਜਾਬ ਦੇਸ਼ ਆ ਗਏ ਸਨ, ਤੇ ਇਹ ਕਹਿ ਕਰਕੇ ਆਏ ਸਨ ਵੀ ਥੋੜੇ ਸਮੇਂ ਬਾਅਦ ਅਸੀਂ ਹੁਕਮ ਭੇਜਾਂਗੇ ਤੇ ਪਰਿਵਾਰ ਸਹਿਤ ਬਾਲ ਲਾਲ ਗੋਬਿੰਦ ਰਾਏ ਜੀ ਹੋਰਾਂ ਨੂੰ, ਮਾਮਾ ਕਿਰਪਾਲ ਚੰਦ ਜੀ ਨੂੰ ਕਿਹਾ ਸੀ ਵੀ ਤੁਸੀਂ ਲੈ ਕਰਕੇ ਪੰਜਾਬ ਆ ਜਾਣਾ। ਸੋ ਹੁਕਮ ਵੀ ਗਿਆ ਚਲਾ, ਮਹਾਰਾਜ ਗੁਰੂ ਗੋਬਿੰਦ ਰਾਏ ਜੀ ਪੰਜਾਬ ਵੀ ਆ ਗਏ, ਕਸ਼ਮੀਰੀ ਪੰਡਤ ਫਰਿਆਦੀ ਵੀ ਹੋਏ, ਮਹਾਰਾਜ ਗ੍ਰਿਫਤਾਰ ਵੀ ਹੋ ਗਏ, ਸਮਾਂ ਲੰਬੇਰਾ ਨਿਕਲ ਗਿਆ। ਲੇਕਿਨ ਭਾਈ ਸਾਹਿਬ ਜੀ ਕਹਿੰਦੇ ਨੇ ਇਹ ਉਸ ਵਕਤ ਦੀ ਘਟਨਾ ਹੈ ਜਿਸ ਵਕਤ ਗੁਰੂ ਤੇਗ ਬਹਾਦਰ ਮਹਾਰਾਜ ਪਰਿਵਾਰ ਨੂੰ ਪਟਨੇ ਰੋਕ ਕਰਕੇ ਆਪ ਇਕੱਲੇ ਪੰਜਾਬ ਦੇਸ਼ ਆਏ ਸਨ। ਤਿੰਨ ਪੀਛੇ ਜਿਮ ਖੇਲ ਮਚਾਏ, ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਆਉਣ ਤੋਂ ਉਪਰੰਤ ਲਾਲ ਗੋਬਿੰਦ ਰਾਏ ਜੀ ਨੇ ਜਿੱਦਾਂ ਪਟਨੇ ਦੀ ਧਰਤੀ ਤੇ ਆਪਣੇ ਕੌਤਕ ਵਰਤਾਏ ਹਨ। ਨਿਤ ਸ਼ਸਤਰਾਂ ਸੋ ਪ੍ਰੇਮ ਕਰਨ ਤੇ, ਕਿਉਂਕਿ ਉਹ ਬਾਲਪਨੇ ਦੇ ਵਿੱਚ ਹੀ ਸ਼ਸਤਰਾਂ ਨਾਲ ਬਹੁਤ ਪ੍ਰੇਮ ਕਰਦੇ ਸਨ। ਸ਼ਾਸਤਰ ਵਿਦਿਆ ਦੇ ਵਿੱਚ ਮਹਾਰਾਜ ਬੜੇ ਧਨੀ ਸਨ, ਬੜੀ ਬਖਸ਼ਿਸ਼ ਦੇ ਮਾਲਕ ਸਨ।
ਸੋ ਬਾਲ ਉਮਰ ਦੇ ਵਿੱਚ ਹੀ ਸ਼ਸਤਰਾਂ ਨਾਲ ਮਹਾਰਾਜ ਜੀ ਦਾ ਅਥਾਹ ਪ੍ਰੇਮ ਹੈ ਜੀ। ਜਿਸ ਕਿਸ ਤੇ ਮੰਗਵਾਏ ਰਖੰਤੇ। ਤੇ ਜਦੋਂ ਵੀ ਕਿਸੇ ਤੋਂ ਪ੍ਰਸੰਨ ਹੁੰਦੇ ਹਨ ਮਹਾਰਾਜ ਹੋਰ ਕੁਝ ਨਹੀਂ ਮੰਗਦੇ, ਕੇਵਲ ਸ਼ਸਤਰ ਦੀ ਮੰਗ ਕਰਦੇ ਹਨ। ਸਾਨੂੰ ਸੁੰਦਰ ਖੜਗ ਦਿਓ, ਧਨੁੱਖ ਚਾਹੀਦਾ ਹੈ, ਤੀਰ ਚਾਹੀਦੇ ਹਨ, ਜਾਂ ਹੋਰ ਸੈਫ ਸਹਿਤ ਹੀ ਬਹੁਤ ਸਾਰੇ ਸ਼ਸਤਰ ਜਿਨ੍ਹਾਂ ਦਾ ਮਹਾਰਾਜ ਜੀ ਦੇ ਨਾਲ ਤੇ ਮਹਾਰਾਜ ਦਾ ਜਿਨ੍ਹਾਂ ਸ਼ਸਤਰਾਂ ਦੇ ਨਾਲ ਅਤਿਅੰਤ ਪ੍ਰੇਮ ਰਿਹਾ। ਸੋ ਮਹਾਰਾਜ ਜਦੋਂ ਵੀ ਕਿਸੇ ਤੇ ਤਰੁੱਟਦੇ ਹਨ ਨਾ, ਕੋਈ ਰਾਜਾ ਮਹਾਰਾਜਾ ਦਰਸ਼ਨ ਕਰਨ ਆਉਂਦਾ, ਹੋਰ ਕੋਈ ਪਟਨਾ ਵਾਸੀ, ਕੋਈ ਧਨਾਢ ਮਨੁੱਖ, ਕੋਈ ਵੀ ਪੁੱਛਦਾ ਮਹਾਰਾਜ ਉਹਦੇ ਤੋਂ ਸ਼ਸਤਰ ਦੀ ਹੀ ਮੰਗ ਕਰਦੇ ਹਨ। ਏਕ ਮੰਚ ਪਰ ਰਾਖ ਟਿਕਾਏ। ਆਰਬਲਾ ਭਾਵੇਂ ਬਾਲ ਉਮਰ ਹੈ, ਬਹੁਤੀ ਵੱਡੀ ਉਮਰ ਨਹੀਂ ਹੈ, ਕਿਉਂਕਿ 5-7 ਵਰਿਆਂ ਦੀ ਉਮਰ ਦੇ ਲਗਭਗ ਸਤਿਗੁਰੂ ਗੁਰੂ ਗੋਬਿੰਦ ਰਾਏ ਜੀ ਨੇ ਆਪਣਾ ਜੀਵਨ ਜਿਹੜਾ ਹੈ ਪਟਨੇ ਦੀ ਧਰਤੀ ਤੇ ਗੁਜ਼ਾਰ ਕੇ ਫਿਰ ਇੱਧਰ ਪੰਜਾਬ ਦੇਸ਼ ਆ ਪੁੱਜੇ ਸਨ। ਸੋ ਆਰਬਲਾ ਛੋਟੀ ਹੈ, ਫਿਰ ਵੀ ਸ਼ਸਤਰ ਦੀ ਇਤਨੀ ਮਹਾਨਤਾ ਜਾਣਦੇ ਹਨ ਕਿ ਉਸ ਉਮਰ ਦੇ ਵਿੱਚ ਵੀ ਸ਼ਸਤਰਾਂ ਨੂੰ ਲੈ ਕਰਕੇ ਤੇ ਇੱਕ ਸੁੰਦਰ ਪਲੰਗ ਦੇ ਉੱਪਰ ਟਿਕਾਉਂਦੇ ਹਨ। ਤਿੰਨ ਡਿਗ ਨਿਤ ਪ੍ਰਤ ਧੂਪ ਤੁਖਾਏ। ਤੇ ਆਪਣੇ ਸਾਰੇ ਸ਼ਸਤਰ, ਭਾਵੇਂ ਕਿ ਆਰਬਲਾ ਮੈਂ ਫਿਰ ਬੇਨਤੀ ਕਰਾਂਗਾ ਬਹੁਤ ਛੋਟੀ ਹੈ, ਫਿਰ ਵੀ ਉਹ ਸਾਰੇ ਸ਼ਸਤਰ ਜਿਹੜੇ ਹਨ ਉਹਨਾਂ ਨੂੰ ਇੱਕ ਪਲੰਗ ਦੇ ਉੱਪਰ ਸਜਾ ਕਰਕੇ ਤੇ ਬੜੇ ਹੀ ਅਦਬ ਸਹਿਤ ਉਹਨਾਂ ਦੇ ਪਾਸ ਇੱਕ ਚੰਦਨ ਅਗਰਬੱਤੀ ਜੋ ਹੈ ਧੂਫ ਜਿਵੇਂ ਆਪਾਂ ਕਹਿੰਦੇ ਹਾਂ ਉਹ ਦਿਖਾਉਂਦੇ ਹਨ। ਪੁਸ਼ਪ ਅਨੇਕ ਬਰਨ ਅਨਵਾਵੈ। ਤੇ ਅਨੇਕਾਂ ਤਰ੍ਹਾਂ ਦੇ ਫੁੱਲ ਮੰਗਵਾਉਂਦੇ ਹਨ ਬਗੀਚੇ ਵਿੱਚੋਂ, ਜਿਵੇਂ ਵੰਨ ਸੁਵੰਨੇ ਫੁੱਲ ਹੁੰਦੇ ਨੇ ਨਾ, ਮਹਾਰਾਜ ਹੁਕਮ ਦੇ ਕਰਕੇ ਆਪਣੇ ਸੇਵਕਾਂ ਤੋਂ ਅਨੇਕਾਂ ਤਰ੍ਹਾਂ ਦੇ ਪੁਸ਼ਪ ਫੁੱਲ ਹੋਏ ਉਹ ਵੀ ਮੰਗਵਾਉਂਦੇ ਹਨ। ਕਬਹੂ ਗੂੰਦ ਮਾਲ ਅਰ ਪਾਵੈ। ਤੇ ਕਦੇ ਕਦੇ ਮੌਜ ਵਿੱਚ ਆ ਕਰਕੇ ਉਹਨਾਂ ਫੁੱਲਾਂ ਦੀਆਂ ਮਾਲਾ ਗੁੰਦ ਲੈਂਦੇ ਹਨ। ਵੰਨ ਸੁਵੰਨੇ ਰੰਗ ਬਿਰੰਗੇ ਫੁੱਲ ਜਿਹੜੇ ਮਾਲਾ ਵਿੱਚ ਪਾ ਕਰਕੇ ਨਾ ਤੇ ਉਹ ਇੱਕ ਮਾਲਾ ਵੀ ਬਣਾ ਲੈਂਦੇ ਹਨ। ਕਬਹੂ ਅੰਜਲ ਭਰੈ ਚੜਾਵੈ। ਅੰਜਲ ਤੋਂ ਭਾਵ ਹੁੰਦਾ ਹੈ ਜਿਵੇਂ ਦੋਵੇਂ ਹੱਥ ਜੋੜ ਕਰਕੇ ਆਪਾਂ ਬੁੱਕ ਬਣਾਉਂਦੇ ਹਾਂ, ਇਦਾਂ ਫੁੱਲਾਂ ਨੂੰ ਬੁੱਕਾਂ ਦੇ ਵਿੱਚ ਭਰ ਕੇ ਤੇ ਜਿਸ ਪਲੰਗ ਦੇ ਉੱਪਰ ਸ਼ਸਤਰ ਰੱਖੇ ਹੁੰਦੇ ਹਨ ਉਸ ਪਲੰਗ ਦੇ ਸਰਹੰਦੀ ਖੜੇ ਹੋ ਕਰਕੇ, ਪਵੰਦੀ ਖੜੇ ਹੋ ਕਰਕੇ ਗੁਰੂ ਗੋਬਿੰਦ ਰਾਏ ਜੀ ਮਹਾਰਾਜ ਬਾਲ ਉਮਰ ਦੇ ਵਿੱਚ ਹੀ ਸ਼ਸਤਰਾਂ ਦੇ ਉੱਪਰ ਇਉਂ ਚੜਾਉਂਦੇ ਹਨ ਵੀ ਜਿਵੇਂ ਇਹ ਸਾਡੇ ਵੱਡੇ ਦੇਵਤੇ ਹਨ, ਜਿਵੇਂ ਇਹ ਬਖਸ਼ਿਸ਼ ਦੇ ਮਾਲਕ ਹਨ। ਜਿਵੇਂ ਗੁਰੂ ਨੂੰ ਪੂਜਿਆ ਜਾਂਦਾ ਨਾ ਗੁਰਮੁਖੋ, ਇੱਦਾਂ ਗੁਰੂ ਗੋਬਿੰਦ ਰਾਏ ਜੀ ਬਾਲ ਉਮਰ ਦੇ ਵਿੱਚ ਸ਼ਸਤਰ ਦੀ ਮਹਾਨਤਾ, ਸ਼ਸਤਰ ਦੀ ਪੂਜਾ ਕਰਦੇ ਹਨ। ਬੰਧਨ ਠਾਨੈ ਸੀਸ ਨਿਵਾਵੈ। ਤੇ ਸ਼ਸਤਰਾਂ ਨੂੰ ਫੁੱਲ ਚੜਾ ਕਰਕੇ, ਜਿਵੇਂ ਕੋਈ ਮਨੁੱਖ ਕਿਸੇ ਦੇਵਤੇ ਦੀ ਪੂਜਾ ਕਰਦਾ ਹੈ, ਇੱਦਾਂ ਸ਼ਸਤਰਾਂ ਦੇ ਸਨਮੁਖ ਬੁੱਕ ਭਰ ਕੇ ਫੁੱਲ ਚੜਾਉਣੇ ਤੇ ਫਿਰ ਦੋਵੇਂ ਹੱਥ ਜੋੜ ਕਰਕੇ ਸ਼ਸਤਰਾਂ ਨੂੰ ਸੀਸ ਨਿਵਾਉਣਾ। ਸੋ ਇਸ ਵਿਧ ਮਹਾਰਾਜ ਬਾਲਪਨੇ ਤੋਂ ਹੀ ਸ਼ਸਤਰ ਦੇ ਬਹੁਤ ਪ੍ਰੇਮੀ ਹਨ। ਫਿਰੈ ਪ੍ਰਦਛਨਾ 14 ਤੀਨ। ਫਿਰ ਜਿਸ ਵਕਤ ਮਹਾਰਾਜ ਇਹ ਸਭ ਕਰਦੇ ਹਨ, ਭਾਈ ਸਾਹਿਬ ਜੀ ਕਹਿੰਦੇ ਹਨ, ਫਿਰ ਉਸ ਪਲੰਗ ਦੀਆਂ 3 ਪਰਿਕਰਮਾ ਕਰਦੇ ਹਨ ਜਿਨ੍ਹਾਂ ਦੇ ਉੱਪਰ ਮਹਾਰਾਜ ਜੀਆਂ ਨੇ ਸ਼ਸਤਰ ਸਜਾਏ ਹੁੰਦੇ ਹਨ। ਵੇਖੋ ਆਰਬਲਾ ਮੈਂ ਫਿਰ ਬੇਨਤੀ ਕਰਾਂਗਾ ਜੇ ਬਹੁਤ ਛੋਟੀ ਹੈ, ਤੇ ਮਹਾਰਾਜ ਨੇ ਆਪਣੀ ਬਾਣੀ ਜਦੋਂ ਅਸੀਂ ਦਸਮ ਦੀ ਬਾਣੀ ਪੜ੍ਹਦੇ ਨੇ ਉਹਦੇ ਵਿੱਚ ਵੀ ਸ਼ਸਤਰ ਦੀ ਬੜੀ ਮਹਾਨਤਾ ਲਿਖੀ ਹੈ ਗੁਰਮੁਖੋ। ਮਹਾਰਾਜ ਨੇ ਇੱਥੋਂ ਤੱਕ ਲਿਖ ਦਿੱਤਾ ਸੀ, ਸੈਫ ਸਰੋਹੀ ਸਹਿਤੀ ਯਹ ਹਮਾਰੇ ਪੀਰ। ਇਹ ਸਾਰੀ ਸ਼ਸਤਰਾਂ ਦੀ ਮਹਾਨਤਾ ਹੈ। ਸੋ ਇਸ ਵਿਧ ਮਹਾਰਾਜ ਉਸ ਪਲੰਗ ਦੀਆਂ ਫਿਰ 3 ਪਰਿਕਰਮਾ ਸੰਪੂਰਨ ਕਰਕੇ ਸੀਸ ਨਿਵਾਉਂਦੇ ਹਨ। ਚੰਦਨ ਚਰਚੈ ਪ੍ਰੇਮ ਸੋ ਪੀਨ। ਚੰਦਨ ਚਰਚਾ, ਚੰਦਨ ਚੜਾਉਣਾ, ਜਾਂ ਇੱਕ ਚੰਦਨ ਦੀ ਇੱਕ ਵਿਸ਼ੇਸ਼ ਮਰਿਆਦਾ ਵੀ ਹੁੰਦੀ ਹੈ। ਚੰਦਨ ਨੂੰ ਕਿਸੇ ਜਲ ਵਿੱਚ ਰੱਖ ਕੇ ਤੇ ਉਸ ਜਲ ਦਾ ਛੱਟਾ ਦੇਣਾ। ਸੋ ਇਸ ਵੇਲੇ ਇੱਕ ਪੂਜਾ ਦਾ ਨਿਯਮ ਹੈ। ਸ਼ਾਸਤਰ ਵਿਧੀ ਦੇ ਅਨੁਸਾਰ ਚੰਦਨ ਦੀ ਜਿਹੜੀ ਪੂਜਾ ਹੈ ਕਿ ਉਹਨੂੰ ਕੁਝ ਸਮਾਂ ਕਿਸੇ ਸੁੱਚੇ ਜਲ ਵਿੱਚ ਰੱਖ ਕੇ ਤੇ ਫਿਰ ਉਸ ਜਲ ਦੀ ਜਿਹੜੀ ਹੈ ਉਹਦਾ ਛੱਟਾ ਜਿਹਦੀ ਵੀ ਪੂਜਾ ਕਰਨੀ ਉਹਦੇ ਉੱਪਰ ਦੇਣਾ। ਮਹਾਰਾਜ ਸ਼ਸਤਰ ਨੂੰ ਪੂਜਦੇ ਹਨ ਜਾਂ ਸਨਾਤਨੀ ਵੀਰ ਜਿਹੜੇ ਹਨ ਉਹ ਦੇਵੀ ਦੇਵਤਿਆਂ ਨੂੰ ਪੂਜਦੇ ਹਨ। ਸੋ ਚੰਦਨ ਨੂੰ ਇਸ ਵਿੱਚ ਚੜਾਉਂਦੇ ਹਨ ਤੇ ਮਹਾਰਾਜ ਆਪਣੇ ਸ਼ਸਤਰਾਂ ਨੂੰ ਪੀਰ ਜਾਣ ਕਰਕੇ ਸ਼ਸਤਰਾਂ ਦੀ ਸੇਵਾ ਇਉਂ ਕਰਦੇ ਹਨ। ਡਿਗ ਸਾਹਨ ਕੇ ਸਿਸ ਜਬ ਆਵੈ। ਡਿਗ ਸਾਹਨ ਕੇ ਸਿਸ ਜਬ ਆਵੈ। ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਵੇਂ ਪਟਨਾ ਸਾਹਿਬ ਦੀ ਧਰਤੀ ਤੇ ਵਰਤਦੇ ਹਨ, ਵਿਚਰਦੇ ਹਨ, ਭਾਈ ਸਾਹਿਬ ਜੀ ਲਿਖਦੇ ਹਨ ਵੀ ਜਦੋਂ ਕਿਤੇ ਉੱਥੋਂ ਦੇ ਵਸਣ ਵਾਲੇ ਕੁਝ ਅਹਿਲਕਾਰ, ਵੱਡੇ ਸ਼ਾਹੂਕਾਰ ਲੋਕ, ਉਹਨਾਂ ਦੇ ਬੱਚੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਨਾਲ ਕੁਝ ਖੇਡਾਂ ਖੇਡਣ ਦੇ ਲਈ ਮਹਾਰਾਜ ਜੀ ਕੇ ਗ੍ਰਹਿ ਵਿਖੇ ਹਾਜ਼ਰ ਹੁੰਦੇ ਸਨ। ਕਹਿ ਮਹਿਮਾ ਕੋ ਬਹੁਤ ਸੁਣਾਵੈ। ਤੇ ਉਸ ਵਕਤ ਮਹਾਰਾਜ ਗੁਰੂ ਗੋਬਿੰਦ ਰਾਏ ਜੀਆਂ ਨੇ ਕਰਨਾ ਕਿ ਆਪਣੇ ਸ਼ਸਤਰਾਂ ਨੂੰ ਆਪਣੇ ਹੱਥ ਵਿੱਚ ਫੜ ਲੈਣਾ। ਜਿਵੇਂ ਕਦੀ ਖੜਗ ਫੜ ਲੈਣੀ, ਕਦੀ ਕਮਾਨ ਚੁੱਕ ਲੈਣੀ, ਕਦੀ ਭਾਲਾ ਚੁੱਕ ਲੈਣਾ,
ਕਦੀ ਕਟਾਰ ਫੜ ਲੈਣੀ, ਕਿਉਂਕਿ ਇਹ ਸ਼ਸਤਰ ਸਾਰੇ ਮਹਾਰਾਜ ਜੀ ਕੇ ਬੜੇ ਪਿਆਰ ਦੇ ਹਨ। ਸੋ ਫਿਰ ਮਹਾਰਾਜ ਆਪਣੇ ਹੱਥ ਵਿੱਚ ਇਹਨਾਂ ਸ਼ਸਤਰਾਂ ਨੂੰ ਫੜ ਕੇ, ਤੇ ਜਿਹੜੇ ਨਾਲ ਸ਼ਿਸ਼ ਆਉਂਦੇ ਨੇ, ਬਾਲਕ ਆਉਂਦੇ ਨੇ ਖੇਡਣ ਦੇ ਲਈ, ਮਹਾਰਾਜ ਜੀ ਕੇ ਜਿਹੜੇ ਇਉਂ ਕਹਿ ਲਈਏ ਸੰਗੀ ਹਨ, ਮਹਾਰਾਜ ਫਿਰ ਆਪਣੇ ਮੁਖ ਤੋਂ 10ਵੇਂ ਗੁਰੂ ਗੋਬਿੰਦ ਰਾਏ ਮਹਾਰਾਜ ਉਹਨਾਂ ਨੂੰ ਇਹਨਾਂ ਸ਼ਸਤਰਾਂ ਦੀ ਮਹਾਨਤਾ ਵੀ ਦੱਸਿਆ ਕਰਦੇ ਸਨ। ਉਹਨਾਂ ਸਾਰਿਆਂ ਨੂੰ ਸਮਝਾਉਂਦੇ ਸਨ ਵੀ ਇਹ ਸ਼ਸਤਰ ਬਹੁਤ ਮਹਾਨ ਹਨ ਜੀ। ਇਹ ਆਛੋ ਛੋਟੋ ਹਮ ਲਾਇਕ, ਤੇ ਫਿਰ ਵਿੱਚ ਕਿਤੇ ਕਿਤੇ ਮੁਸਕਰਾ ਕੇ ਵੀ ਕਹਿ ਦਿੰਦੇ ਸਨ ਵੀ ਇਹ ਸ਼ਸਤਰ ਛੋਟਾ ਹੈ। ਛੋਟੇ ਤੋਂ ਭਾਵ ਜਿਵੇਂ ਆਪਾਂ ਵੇਖਦੇ ਹਾਂ ਨਾ, ਕਟਾਰ ਹੈ ਇੱਕ ਛੋਟਾ ਜਿਹਾ ਸ਼ਸਤਰ ਹੈ, ਤੇ ਮੁਸਕਰਾ ਕੇ ਕਹਿਣਾ ਵੀ ਜਿੰਨੀ ਕੁਝ ਸਾਡੀ ਆਰਬਲਾ ਹੈ, ਸਾਡੇ ਲਈ ਆ ਸ਼ਸਤਰ ਬਹੁਤ ਵੱਡਾ ਹੈ, ਹਮ ਲਾਇਕ, ਸਾਡੇ ਲਈ ਆ ਬਹੁਤ ਮਹਾਨ ਸ਼ਸਤਰ ਹੈ। ਇਦਾਂ ਮਹਾਰਾਜ ਜਿਤਨੇ ਵੀ ਆਪਣੇ ਸੰਗੀ ਹਨ, ਜਿਹੜੇ ਬੱਚੇ, ਜਿਵੇਂ ਆਪਾਂ ਬੇਲੀ ਸ਼ਬਦ ਵਰਤ ਲੈਂਦੇ ਆ, ਜਿਹੜੇ ਖੇਡਦੇ ਸਨ ਮਹਾਰਾਜ ਜੀ ਕੇ ਸੰਗ, ਸੋ ਉਹਨਾਂ ਦੇ ਨਾਲ ਇਹ ਸ਼ਸਤਰਾਂ ਦੀ ਮਹਾਨਤਾ ਦੀ ਜਿਹੜੀ ਵਿਥਿਆ ਹੈ ਉਹ ਦੱਸਦੇ ਹਨ। ਕਰੈ ਪ੍ਰਹਾਰਨ ਰਿਪਗਨ ਕਾਇਕ, ਤੇ ਨਾਲ ਇਹ ਵੀ ਦੱਸਦੇ ਹਨ ਵੀ ਇਹ ਸ਼ਸਤਰ ਚਲਾਇਆ ਕਿੱਦਾਂ ਜਾਂਦਾ ਹੈ, ਕਿਉਂਕਿ ਭਾਵੇਂ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਬਚਪਨ ਤੋਂ ਹੀ ਵਿਦਿਆ ਵੀ ਉਹਨਾਂ ਨੇ ਸ਼ਸਤਰਾਂ ਦੀ ਲਈ, ਲੇਕਿਨ ਕੁਦਰਤੀ ਤੌਰ ਤੇ ਵੀ ਸ਼ਸਤਰ ਵਿਦਿਆ ਦੀ ਜਿਹੜੀ ਮਹਾਨਤਾ ਜਾਂ ਸ਼ਸਤਰਾਂ ਦੀ ਪੂਜਾ ਜਾਂ ਸ਼ਸਤਰ ਜਿਵੇਂ ਉਹ ਪੂਜਦੇ ਰਹੇ, ਕੁਦਰਤੀ ਤੌਰ ਤੇ ਵੀ ਉਹਨਾਂ ਦੇ ਅੰਦਰ ਇੱਕ ਵੱਡੀ ਬਖਸ਼ਿਸ਼ ਸੀ। ਸੋ ਸ਼ਸਤਰ ਛੋਟਾ ਹੈ ਤੇ ਉਹਨੂੰ ਚਲਾਉਣ ਦੀ ਵਿਧੀ ਵੀ ਆਪਣੇ ਜਮਾਤੀਆਂ ਨੂੰ ਦੱਸਦੇ ਹਨ ਵੀ ਇਹ ਸ਼ਸਤਰ ਇਉਂ ਚੱਲਦਾ ਹੈ, ਇਹਦੀ ਇਹ ਮਹਾਨਤਾ ਹੈ ਤੇ ਇੱਦਾਂ ਇਹਦੀ ਵਰਤੋਂ ਕੀਤੀ ਜਾਂਦੀ ਹੈ। ਸੋ ਪਟਨਾ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਗੋਬਿੰਦ ਰਾਏ ਸਾਹਿਬ ਜੀ ਮਹਾਰਾਜ ਜਿਸ ਵੇਲੇ ਵਰਤ ਰਹੇ ਹਨ, ਕਵੀ ਭਾਈ ਸੰਤੋਖ ਸਿੰਘ ਜੀ ਹੋਰਾਂ ਨੇ ਇਹ ਹਵਾਲੇ ਵਿੱਚੋਂ ਦਰਜ ਕੀਤੇ ਹਨ, ਤੇ ਸਾਨੂੰ ਲੱਗਦਾ ਹੈ ਵੀ ਇਹ ਵੀ ਬਹੁਤ ਜ਼ਰੂਰੀ, ਬੜਾ ਅਨਮੋਲਕ ਇਤਿਹਾਸ ਹੈ, ਕਿਉਂਕਿ ਇਹੀ ਉਹ ਇਤਿਹਾਸ ਹੈ ਜਿਹੜਾ ਸਾਨੂੰ ਸ਼ਸਤਰ ਦੀ ਮਹਾਨਤਾ ਦੱਸਦਾ ਵੀ ਸਾਡੇ ਗੁਰੂ ਨੇ ਸਾਡੇ ਇਹ ਜਿਹੜੀ ਕਿਰਪਾਨ ਪਾਈ ਹੈ, ਇਹਦਾ ਮਤਲਬ ਕੀ ਹੈ, ਇਹਨੂੰ ਕਿੱਦਾਂ ਪੂਜਿਆ ਜਾਣਾ ਹੈ, ਇਹਦੀ ਬਖਸ਼ਿਸ਼ ਕੀ ਹੈ। ਜਦੋਂ ਅਸੀਂ ਇਹਨਾਂ ਇਤਿਹਾਸਾਂ ਨੂੰ ਪੜ੍ਹਾਂਗੇ ਨਾ ਗੁਰਮੁਖੋਂ, ਫਿਰ ਪਤਾ ਲੱਗੇਗਾ ਵੀ ਸ਼ਸਤਰ ਕੀ ਹੁੰਦਾ। ਸੋ ਭਾਈ ਸਾਹਿਬ ਜੀਆਂ ਨੇ ਇਹ ਹਵਾਲੇ ਦਰਜ ਕੀਤੇ ਹਨ, ਜਿਵੇਂ ਜਿਵੇਂ ਮਹਾਰਾਜ ਪਟਨਾ ਸਾਹਿਬ ਦੀ ਧਰਤੀ ਤੇ ਵਰਤ ਰਹੇ ਹਨ, ਤੇ ਜਿਵੇਂ ਉੱਥੇ ਸਾਰੇ ਕੌਤਕ, ਕਿਉਂਕਿ ਬਾਲ ਚੋਜਾਂ ਦੀਆਂ ਕੁਝ ਸਾਖੀਆਂ ਨੇ ਜਿਹੜੀਆਂ ਅੱਗੇ ਚੱਲਣਗੀਆਂ, ਇਤਿਹਾਸ ਦੇ ਹਵਾਲੇ ਲੰਬੇਰੇ ਨੇ, ਯਤਨ ਕਰਾਂਗੇ ਇਹਨਾਂ ਸਮਿਆਂ ਦੌਰਾਨ ਇਸੇ ਤਰ੍ਹਾਂ ਹੀ ਵਿਸਤਾਰ ਸਹਿਤ ਸਾਰੀਆਂ ਬਾਤਾਂ ਆਪ ਸੰਗਤਾਂ ਦੇ ਨਾਲ ਸਾਂਝੀਆਂ ਕਰਨ ਦਾ ਜੀ ਅੱਜ ਇੱਥੇ ਹੀ ਇਹਨਾਂ ਕਥਾ ਵਿਚਾਰਾਂ ਨੂੰ ਵਿਸ਼ਰਾਮ ਦਿੰਦੇ ਹਾਂ, ਕਿਉਂਕਿ ਸਮੇਂ ਹੋ ਚੁੱਕੇ ਨੇ। ਹੁਣ ਆਪਾਂ ਨੇ ਗੁਰਬਾਣੀ ਦੇ ਕੀਰਤਨ ਵੀ ਸਰਵਣ ਕਰਨੇ ਹਨ। ਗੁਰੂ ਇਤਿਹਾਸ ਨੂੰ ਵਾਚਦੇ ਆਂ, ਪੜ੍ਹਦੇ ਆਂ, ਬੋਲਦੇ ਆਂ, ਬੇਅੰਤ ਪ੍ਰਕਾਰ ਦੀਆਂ ਤਰੁੱਟੀਆਂ ਰਹਿੰਦੀਆਂ ਹਨ। ਮਹਾਰਾਜ ਕੀ ਕਥਾ ਅਗਾਧ ਬੋਧ ਹੈ, ਆਪ ਸੰਗਤ ਗੁਰਦੇਵ ਅਣਜਾਣ ਸਮਝ ਕਰ ਬਖਸ਼ ਲੈਣ ਜੀਓ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਇਹ ਆਛੋ ਛੋਟੋ ਹਮ ਲਾਇਕ, ਕਰੈ ਪ੍ਰਹਾਰਨ ਰਿਪਗਨ ਕਾਇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।